ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਕਿ PSSB ਕਲਰਕ ਦਾ 22 ਜੁਲਾਈ ਤੋਂ ਜੋ ਕਿ ਆਪਣਾ ਟਾਈਪਿੰਗ ਟੈਸਟ ਸ਼ੁਰੂ ਹੋਣ ਵਾਲਾ ਹੈ, ਜਿਹਦੀ ਕਿ ਕੈਂਡੀਡੇਟ ਬਹੁਤ ਸਮੇਂ ਤੋਂ ਵੇਟ ਕਰ ਰਹੇ ਸੀ। ਅੱਜ PSSB ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਇਹਦਾ ਨੋਟੀਫਿਕੇਸ਼ਨ ਆ ਚੁੱਕਿਆ, ਨੋਟਿਸ ਆ ਚੁੱਕਿਆ ਵਾ, ਤੇ ਟਾਈਪਿੰਗ ਦੀਆਂ ਜੋ ਇੰਸਟਰਕਸ਼ਨਸ ਨੇ ਉਹ ਆਪਣਾ ਇਹਦੇ ਵਿੱਚ ਇਹਨਾਂ ਨੇ ਅਪਲੋਡ ਕਰ ਦਿੱਤੀਆਂ ਨੇ। ਸੋ ਆਪਾਂ ਇਹਦੇ ਵਿੱਚ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਐਕਸਪਲੇਨ ਡਿਟੇਲ ਦੇ ਵਿੱਚ ਦੱਸਾਂਗਾ ਕਿ ਕਿਹੜੀਆਂ ਟਾਈਪਿੰਗ ਦੇ ਦੌਰਾਨ ਇਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਨੇ, ਤੇ ਇਹਨਾਂ ਇੰਸਟਰਕਸ਼ਨ ਦੇ ਵਿੱਚ ਕੁਝ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਆ। ਜਿਹੜੀ ਚੀਜ਼ ਦਾ ਬਹੁਤ ਜ਼ਿਆਦਾ ਡਰ ਸੀ ਕੈਂਡੀਡੇਟਸ ਨੂੰ, ਬਹੁਤ ਜ਼ਿਆਦਾ ਕੀਬੋਰਡ ਦੇ ਨਾਲ ਰਿਲੇਟਡ ਕਾਫੀ ਜ਼ਿਆਦਾ ਡਰ ਰਹੇ ਸੀ ਕੈਂਡੀਡੇਟ, ਉਹਨਾਂ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਆ। ਸੋ ਆਪਾਂ ਅੱਗੇ ਦੇਖਦੇ ਹਾਂ ਜਦੋਂ ਆਪਣਾ ਉਹ ਇੰਸਟਰਕਸ਼ਨ ਆਏਗੀ ਕਿ ਕਿਹੜੀ ਉਹ ਖੁਸ਼ਖਬਰੀ ਆ ਜਿਹਦੇ ਨਾਲ ਕਿ ਤੁਹਾਨੂੰ ਬਹੁਤ ਬੈਨੀਫਿਟ ਹੋਣ ਵਾਲਾ ਵਾ। ਹੁਣ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਆ ਕਿ ਟਾਈਪਿੰਗ ਲਈ ਇੰਸਟਰਕਸ਼ਨਸ ਇਹਨਾਂ ਨੇ ਜਾਰੀ ਕਰਤੀਆਂ 17, 18, 19 ਦੀਆਂ ਜਿਹੜੀਆਂ ਆਪਣੀਆਂ ਸੀਗੀਆਂ, ਠੀਕ ਆ। ਕਲਰਕ, IT ਕਲਰਕ ਤੇ ਅਕਾਊਂਟ ਕਲਰਕ, ਇੱਕ ਨਾ 2015 ਦੀ ਕੋਈ ਮਤਲਬ ਡਿਪਾਰਟਮੈਂਟ ਦੀ ਕੋਈ ਸੀਗੀ ਐਡਵਰਟਾਈਜ਼ਮੈਂਟ, ਠੀਕ ਆ ਜੀ। ਸੋ ਉਹਦੀ ਜੋ ਆਪਣੀ ਸੀਗੀ, ਠੀਕ ਆ, ਉਹਦੀ ਵੀ ਟਾਈਪਿੰਗ ਟੈਸਟ ਹੋਏਗੀ ਨਾਲ ਹੀ। ਹੁਣ ਜੀ ਇਹਨਾਂ ਨੇ ਸਿੱਧਾ ਪਹਿਲੀ ਜਨਰਲ ਜਿਹੜੀ ਇੰਸਟਰਕਸ਼ਨ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਟਾਈਪਿੰਗ ਟੈਸਟ ਆ ਜਿਹੜਾ 22 ਜੁਲਾਈ ਤੋਂ ਸ਼ੁਰੂ ਹੋਊਗਾ। ਸਾਰਾ ਕੁਝ ਪਤਾ ਵਾ ਆਪਾਂ ਨੂੰ, ਠੀਕ ਆ। ਐਡਮਿਟ ਕਾਰਡ ਜਿਹੜੇ ਨੇ, ਠੀਕ ਆ, ਉਹ ਬਹੁਤ ਜਲਦੀ ਬੋਰਡ ਦੀ ਵੈਬਸਾਈਟ ਦੇ ਉੱਤੇ ਪ੍ਰੋਵਾਈਡ ਕਰ ਦੇਣਗੇ, ਠੀਕ ਆ। ਲੇਟਰ ਔਨ ਲਿਖਤਾ ਇਹਨਾਂ ਨੇ। ਪੰਜਾਬੀ ਤੇ ਇੰਗਲਿਸ਼ ਦਾ ਟਾਈਪਿੰਗ ਟੈਸਟ ਹੋਊਗਾ ਕੰਪਿਊਟਰ ਯੂਜ਼ਿੰਗ ਟਾਈਪਿੰਗ ਸੌਫਟਵੇਅਰ ਤੇ, ਠੀਕ ਆ, ਜਿੱਦਾਂ ਕਿ 2018 ਤੇ 21 ਦੇ ਵਿੱਚ ਹੋਏ ਸੀ। ਹੁਣ ਟਾਈਪਿੰਗ ਟੈਸਟ ਜਦੋਂ ਉਸ ਟਾਈਮ ਦੇ ਉੱਤੇ ਮਤਲਬ ਤੁਸੀਂ ਜਦੋਂ ਤੁਹਾਡਾ ਟੈਸਟ ਵਗੈਰਾ ਹੋ ਜਾਏਗਾ, ਠੀਕ ਆ, ਉਦੋਂ ਬਾਅਦ ਨਾਲੇ ਨਾਲ ਹੀ ਰਿਜ਼ਲਟ ਆ ਜਿਹੜਾ ਉਹ ਡਿਸਪਲੇ ਹੋ ਜਾਊਗਾ ਵਿਦ ਟਾਈਪਿੰਗ ਐਰਰ। ਜਿੰਨੇ ਵੀ ਤੁਸੀਂ ਐਰਰ ਕੀਤੇ ਆ, ਕਿੰਨੀ ਤੁਹਾਡੀ ਸਪੀਡ ਆ, ਕਿੰਨੀ ਤੁਹਾਡਾ ਮਤਲਬ ਐਰਰ ਆ, ਤੇ ਕਿੰਨੇ % ਤੁਸੀਂ ਐਕੂਰੇਸੀ ਨਾਲ ਟੈਸਟ ਪਾਸ ਕੀਤਾ ਜਾਂ ਫੇਲ, ਜਿੱਦਾਂ ਵੀ ਹੋਏਗਾ ਉਹ ਤੁਹਾਡਾ ਨਾਲੇ ਨਾਲ ਉਸੇ ਵਕਤ ਤੁਹਾਡਾ ਟਾਈਪਿੰਗ ਦੇ ਉੱਤੇ ਹੋ ਜਾਏਗਾ, ਠੀਕ ਆ, ਸਕਰੀਨ ਦੇ ਉੱਤੇ। ਹੁਣ ਜੀ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ ਯੂਨੀਕੋਡ ਜਿਹੜਾ ਰਾਵੀ ਫੌਂਟ, ਸਿੰਪਲੀ ਬਸ ਇਹ ਯਾਦ ਕਰੋਗੇ ਕਿ ਰਾਵੀ ਫੌਂਟ ਹੋਏਗਾ ਜਿਹਦੇ ਵਿੱਚ ਕਿ ਪੰਜਾਬੀ ਦਾ ਪੈਸੇਜ ਆਏਗਾ, ਜਿਹਦੇ ਵਿੱਚ ਕਿ ਕਰੈਕਟਰ ਗੁਰਮੁਖੀ ਅਲਫਾਬੈਟ ਹੋਣਗੇ, ਠੀਕ ਆ। ਗੁਰਮੁਖੀ ਤੇ ਇੰਗਲਿਸ਼ ਦੇ ਨੁਮੈਰਿਕ ਨੰਬਰ ਤੇ ਪੰਚੁਏਸ਼ਨ ਮਾਰਕਸ ਹੋਣਗੇ, ਠੀਕ ਆ। ਪੰਚੁਏਸ਼ਨ ਮਾਰਕਸ ਹੁੰਦੇ ਨੇ ਜਿੱਦਾਂ ਕਿ ਆਪਣਾ ਆ ਹੋ ਗਿਆ, ਠੀਕ ਆ ਜੀ, ਕੁਐਸਚਨ ਮਾਰਕ ਹੋ ਗਿਆ, ਦੂਜਾ ਹੋ ਗਿਆ, ਇਹ ਸਾਰੇ ਮਾਰਕਸ ਵਗੈਰਾ ਹੋਣਗੇ, ਠੀਕ ਆ। ਕੋਮੇ ਹੋ ਗਏ, ਡਬਲ ਕੋਮੇ ਹੋ ਗਏ, ਇਹ ਸਾਰੇ ਆਪਣੇ ਹੋਣਗੇ ਜਿਹੜੇ ਕਿ ਤੁਸੀਂ ਪ੍ਰੈਕਟਿਸ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹੋ। ਸੋ ਕੋਈ ਐਕਸਟਰਾ ਨਹੀਂ ਇਹਨਾਂ ਨੇ ਐਡ ਕੀਤਾ ਹੋਇਆ, ਠੀਕ ਆ। ਸੋ ਅੱਗੇ ਨਾ ਕੈਂਡੀਡੇਟ ਆਰ ਸਪੋਜ਼ ਟੂ ਟਾਈਪ ਦਾ ਟੈਕਸਟ ਐਗਜ਼ੈਕਟਲੀ ਜਿੱਦਾਂ ਵੀ ਕੁਐਸਚਨ ਪੈਰਾ ਦੇ ਉੱਤੇ ਲਿਖਿਆ ਹੋਊਗਾ, ਆਇਆ ਹੋਏਗਾ, ਠੀਕ ਆ, ਉੱਪਰ ਉਵੇਂ ਦੀ ਉਵੇਂ ਤੁਸੀਂ ਸੇਮ ਟੂ ਸੇਮ ਥੱਲੇ ਤੁਸੀਂ ਟਾਈਪ ਕਰੀ ਜਾਣਾ, ਠੀਕ ਆ। ਕੰਪਿਊਟਰ ਦੇ ਉੱਤੇ ਹੋਣਾ ਫਿਲਹਾਲ, ਇਹਦੇ ਉੱਤੇ ਕੋਈ ਵੀ ਇਹਨਾਂ ਨੇ ਆਫਲਾਈਨ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ, ਆਨਲਾਈਨ ਟਾਈਪਿੰਗ ਹੋਏਗੀ, ਠੀਕ ਆ ਤੁਹਾਡੀ। ਹੁਣ ਦੇਖੋ ਜੀ, ਜਿਹੜੀ ਡਿਊਰੇਸ਼ਨ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 10-10 ਮਿੰਟ ਦੀ ਹੋਊਗੀ, 10 ਮਿੰਟ ਹੋਏਗੀ, 10 ਮਿੰਟਾਂ ਦੇ ਵਿਚਾਲੇ 5 ਮਿੰਟ ਦਾ ਅੰਤਰ ਹੋਏਗਾ, ਠੀਕ ਆ, ਦੋਨੋਂ ਲੈਂਗੁਏਜ ਦੇ ਵਿਚਾਲੇ। ਹੁਣ ਜੀ ਕਲੀਅਰ ਕਰਨ ਲਈ, ਤੁਹਾਨੂੰ ਟੈਸਟ ਕਲੀਅਰ ਕਰਨ ਲਈ ਤੁਹਾਡੀ ਗ੍ਰੋਸ ਸਪੀਡ ਟਾਈਪ ਹੋਊਗੀ ਜਿਹੜੀ ਕਿ 30 ਵਰਡ ਪ੍ਰਤੀ ਮਿੰਟ ਹੋਣੀ ਚਾਹੀਦੀ ਆ, ਪੰਜਾਬੀ ਤੇ ਅੰਗਰੇਜ਼ੀ ਦੋਨਾਂ ਦੇ ਵਿੱਚ। ਮੈਕਸਿਮਮ 8% ਮਿਸਟੇਕ ਹੋਣਗੀਆਂ, ਜਿਹਦੇ ਨਾਲ ਕਿ ਮਤਲਬ ਕਿ 92% ਐਕੂਰੇਸੀ ਦੇ ਨਾਲ, ਮਤਲਬ ਤੁਸੀਂ ਸਿੱਧੀ ਇਹ ਚੀਜ਼ ਸਮਝ ਲਓ ਕਿ 30 ਵਰਡ ਤੁਹਾਡੇ ਪ੍ਰਤੀ ਮਤਲਬ 10 ਮਿੰਟ ਦੇ ਵਿੱਚ ਤੁਸੀਂ 30 ਵਰਡ ਪ੍ਰਤੀ ਮਿੰਟ ਦੇ ਹਿਸਾਬ ਨਾਲ 300 ਵਰਡ ਤੁਹਾਡੇ ਟਾਈਪ ਹੋਣੇ ਚਾਹੀਦੇ ਆ। ਉਹਦੇ ਵਿੱਚ ਤੁਸੀਂ 92% ਤੋਂ ਵੱਧ ਤੁਹਾਡੀ ਐਕੂਰੇਸੀ ਹੋਣੀ ਚਾਹੀਦੀ ਆ, ਫਿਰ ਕੋਈ ਦਿੱਕਤ ਨਹੀਂ, ਤੁਸੀਂ ਟਾਈਪਿੰਗ ਟੈਸਟ ਆਪਦਾ ਪਾਸ ਕਰ ਲਓਗੇ, ਠੀਕ ਆ। ਸੋ ਤੁਸੀਂ ਸਮਝ ਚੁੱਕੇ ਹੋਵੋਗੇ ਇਹ, ਜਿੱਦਾਂ ਕਿ ਤੁਸੀਂ ਪੰਜਾਬ ਐਗਜ਼ਾਮ ਪੋਰਟਲ ਦੇ ਉੱਤੇ ਜਾਂ ਸਕਸੈਸ ਪਲੱਸ ਦੇ ਉੱਤੇ ਆਪਦੇ ਪੈਰੇ ਲਾਉਂਦੇ ਹੁੰਦੇ ਹੋ ਚੰਕ, ਸੇਮ ਟੂ ਸੇਮ ਉਹੀ ਸਿਸਟਮ ਹੀ ਇਹਦੇ ਵਿੱਚ ਸ਼ੋ ਹੋ ਰਿਹਾ ਵਾ, ਠੀਕ ਆ ਜੀ। ਸੋ ਇਹਦੇ ਵਿੱਚ ਕੁਝ ਵੀ ਹੋਰ ਕੁਝ ਵੀ ਐਕਸਪਲੇਨ ਕਰਨ ਵਾਲੀ ਚੀਜ਼ ਨਹੀਂ, ਇਹੀ ਸੇਮ ਟੂ ਸੇਮ ਜਿਹੜੀ ਇੰਸਟਰਕਸ਼ਨ ਸੀਗੀ ਇਹ ਪਿਛਲੀ ਵਾਰ ਵੀ ਸੀਗੀ। ਹੁਣ ਜੀ ਪ੍ਰੋਪਰ ਕੇਅਰ ਕਹਿੰਦੇ ਜੀ ਉਹ ਤੁਹਾਡੀ ਹੋਵੇਗੀ, ਠੀਕ ਆ, ਟੇਕਨ ਫਰੋਮ ਦਾ ਸਪੇਸ ਦੀ ਮਤਲਬ ਤੁਸੀਂ ਧਿਆਨ ਰੱਖਣਾ ਵਾ। ਪੰਚੁਏਸ਼ਨ ਮਾਰਕਸ ਜਦੋਂ ਆਪਾਂ ਪਾਉਣੇ ਆ ਤੁਸੀਂ ਉਹ ਵੀ ਕਰਨੀ ਆ। ਜੇਕਰ ਤੁਸੀਂ ਰੋਂਗ ਸਪੇਸ ਪਾਉਂਦੇ ਆ, ਮਤਲਬ ਰੋਂਗ ਸਪੇਸ ਕਰਤੀ, ਤਾਂ ਪੰਚੁਏਸ਼ਨ ਮਾਰਕ ਵਿਲ ਬੀ ਟ੍ਰੀਟਡ ਐਜ਼ ਸਪੇਸ ਐਰਰ। ਮਤਲਬ ਕਿ ਇੱਕ ਤੁਹਾਡੀ ਮੰਨ ਲਓ ਕਿ ਇੱਥੇ ਤੁਸੀਂ ਕੌਮਾ ਪਾਉਣਾ ਸੀ, ਮੰਨ ਲਓ ਬਿੰਦੀ ਪਾਉਣੀ ਸੀ, ਡੰਡੀ ਪਾਉਣੀ ਸੀ ਤੁਸੀਂ, ਠੀਕ ਆ। ਉਸ ਤੋਂ ਪਹਿਲਾਂ ਜੇਕਰ ਤੁਸੀਂ ਸਪੇਸ ਪਾਤੀ ਕਿ ਨਾਲ ਹੀ ਉਹ ਸੀਗੀ, ਠੀਕ ਆ, ਤੁਸੀਂ ਸਪੇਸ ਪਾਤੀ, ਤਾਂ ਉਹ ਵਾਲਾ ਜਿਹੜਾ ਪੰਚੁਏਸ਼ਨ ਮਾਰਕ ਆ ਉਹਨੂੰ ਸਪੇਸਿੰਗ ਐਰਰ ਉਹ ਮੰਨਿਆ ਜਾਊਗਾ, ਠੀਕ ਆ। ਸੋ ਟਾਈਪਿੰਗ ਐਰਰ ਦਾ ਉਹ ਆਏਗਾ, ਠੀਕ ਆ, ਇੱਕ ਗਲਤੀ ਤੁਹਾਡੀ ਮੰਨੀ ਜਾਊਗੀ। ਮਤਲਬ ਪੰਜਾਬੀ ਦੇ ਵਿੱਚ ਲਗਾ ਮਾਤਰਾ ਤੇ ਹਾਫ ਕਰੈਕਟਰ ਹੈਵ ਟੂ ਬੀ ਟਾਈਪਡ ਐਟ ਪ੍ਰੋਪਰ ਪੋਜੀਸ਼ਨ, ਮਤਲਬ ਲਗਾ ਮਾਤਰਾ ਹੋਗੀ, ਠੀਕ ਆ ਜੀ, ਜਾਂ ਕੋਈ ਵੀ ਲਗਾ ਮਾਤਰਾ ਹੋਗੀ ਉਹ ਪੂਰੀ ਪ੍ਰੋਪਰ ਪੋਜੀਸ਼ਨ ਦੇ ਵਿੱਚ ਪਾਉਣੀ ਆ। ਮੰਨ ਲਓ ਕਿ ਜੇ ਤੁਸੀਂ ਐਡੀਸ਼ਨਲ ਕਰੈਕਟਰ ਕੋਈ ਵੀ ਅਲਾਉ ਕਰਦੇ ਹੋ, ਐਡ ਕਰਦੇ ਹੋ ਉਹਦੇ ਵਿੱਚ ਵਰਡ ਦੇ ਵਿੱਚ, ਤਾਂ ਉਹਦੇ ਪੂਰੇ ਦੇ ਪੂਰੇ ਵਰਡ ਨੂੰ ਹੀ ਟ੍ਰੀਟਡ ਐਜ਼ ਰੋਂਗ, ਮਤਲਬ ਇੱਕ 5 ਅੱਖਰਾਂ ਦਾ ਤੁਹਾਡਾ ਉਹ ਆ, ਉਹ ਤੁਸੀਂ ਪੂਰਾ ਦਾ ਪੂਰਾ ਸਹੀ ਤਰੀਕੇ ਦੇ ਨਾਲ ਪਾਉਣਾ ਵਾ। ਜੇਕਰ ਤੁਸੀਂ ਉਹਦੇ ਵਿੱਚ ਕੋਈ ਐਡੀਸ਼ਨਲ ਵਰਡ ਮਤਲਬ ਲਾਮਾ ਪਾਉਣੀਆਂ ਸੀ, ਦਲਾਮਾ ਪਾਤੀਆਂ, ਤਾਂ ਪੂਰਾ ਵਰਡ ਤੁਹਾਡਾ ਗਲਤ ਮੰਨਿਆ ਜਾਏਗਾ, ਠੀਕ ਆ। ਨੈਕਸਟ ਦੇਖੋ ਜੀ, ਇਹਨਾਂ ਦੇ ਵਿੱਚੋਂ ਕੁਝ ਕੀਜ਼ ਆ ਜਿਹੜੀਆਂ ਕੀਬੋਰਡ ਦੀਆਂ ਜਿਹੜੀਆਂ ਕਿ ਰੈਲੀਵੈਂਟ ਨਹੀਂ ਹੁੰਦੀਆਂ, ਮਤਲਬ ਉਹਦੇ ਪੁਆਇੰਟ ਆਫ ਵਿਊ ਨਾਲ ਨਹੀਂ, ਟਾਈਪਿੰਗ ਦੇ ਪੁਆਇੰਟ ਆਫ ਵਿਊ ਨਾਲ ਰੈਲੀਵੈਂਟ ਨਹੀਂ ਹੋਣਗੀਆਂ। ਉਹ ਟਾਈਪਿੰਗ ਟੈਸਟ ਸੌਫਟਵੇਅਰ ਵੁੱਡ ਰਿਮੇਨ ਨਾਨ ਫੰਕਸ਼ਨ ਡਿਊਰਿੰਗ ਦਾ ਟਾਈਪਿੰਗ ਟੈਸਟ, ਮਤਲਬ ਕਿ ਫੰਕਸ਼ਨ ਨਹੀਂ ਕਰਨੀਆਂ ਉਸ ਟਾਈਮ ਦੇ ਉੱਤੇ, ਠੀਕ ਆ। ਸੋ ਉਹਨਾਂ ਦੀ ਉਸ ਹਿਸਾਬ ਨਾਲ ਸੈਟਿੰਗ ਕੀਤੀ ਹੋਏਗੀ ਕੰਪਿਊਟਰ ਦੇ ਉੱਤੇ ਕਿ ਉਹ ਵਾਲੀਆਂ ਜਿਹੜੀਆਂ ਕੀਜ਼ ਹੋਣਗੀਆਂ ਉਹ ਨਹੀਂ ਵਰਕ ਕਰਨੀਆਂ। ਹੁਣ ਅੱਗੇ ਦੇਖ ਲਓ ਜੀ,
हाँ जी, लॉगिन डिटेल ਤੁਹਾਡੀ ਯੂਜ਼ਰ ਨੇਮ ਤੇ ਪਾਸਵਰਡ ਤੁਹਾਨੂੰ ਕੈਂਡੀਡੇਟ ਨੂੰ ਜਦੋਂ ਸਟਾਰਟ ਹੋਏਗਾ ਉਸ ਤੋਂ ਠੀਕ ਪਹਿਲਾਂ ਮਤਲਬ ਐਗਜ਼ਾਮ ਟੂ ਐਕਸੈਸ ਦਾ ਟਾਈਪਿੰਗ ਟੈਸਟ ਐਪਲੀਕੇਸ਼ਨ ਦਾ ਤੁਹਾਨੂੰ ਪ੍ਰੋਵਾਈਡ ਹੋ ਜਾਏਗਾ, ਠੀਕ ਆ। ਉਹਦਾ ਤੁਹਾਨੂੰ ਕੋਈ ਵੀ ਦਿੱਕਤ ਵਗੈਰਾ ਨਹੀਂ ਆਏਗੀ। ਕੈਂਡੀਡੇਟ ਨੂੰ ਹੁਣ ਐਡਵਾਈਸ ਦਿੰਦੇ ਨੇ ਕਿ ਸਾਰੀਆਂ ਇੰਸਟਰਕਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਕਿ ਕੰਪਿਊਟਰ ਸਕਰੀਨ ਐਟ ਦਾ ਟਾਈਪਿੰਗ, ਕਿਉਂਕਿ ਜਦੋਂ ਤੁਸੀਂ ਟਾਈਪਿੰਗ ਟੈਸਟ ਦੇ ਰਹੇ ਹੋਵੋਗੇ ਨਾ ਤਾਂ ਉਸ ਟਾਈਮ ਦੇ ਉੱਤੇ ਇੰਸਟਰਕਸ਼ਨ ਪਹਿਲਾਂ ਉੱਤੇ ਆਈਆਂ ਹੋਣਗੀਆਂ, ਉਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਵਾ, ਠੀਕ ਆ। ਉਹ ਜ਼ਿਆਦਾਤਰ ਕੁਛ ਨਹੀਂ ਹੁੰਦੀਆਂ, ਇਹੀ ਹੁੰਦੀਆਂ ਨੇ ਜਿਹੜੀਆਂ ਇਹਨਾਂ ਨੇ ਮੈਂਸ਼ਨ ਕੀਤੀਆਂ ਹੁੰਦੀਆਂ ਨੇ। ਹੁਣ ਦੇਖੋ ਜੀ, ਹੁਣ ਕੈਂਡੀਡੇਟ ਨੂੰ ਅੱਗੇ ਉਹ ਕਹਿੰਦੇ ਆ ਜੀ ਸ਼ੁੱਡ ਰਿਪੋਰਟ ਐਟ ਦਾ ਐਗਜ਼ਾਮੀਨੇਸ਼ਨ, ਬਸ ਉਹੀ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਟਾਈਮ ਦਿੱਤਾ ਗਿਆ ਵਾ ਉਹਦੇ ਤੇ ਤੁਸੀਂ ਆਉਣਾ ਵਾ ਐਡਮਿਟ ਕਾਰਡ ਲੈ ਕੇ। ਜੇਕਰ ਤੁਹਾਡਾ ਸਲੋਟ ਮਿਸ ਹੋ ਜਾਂਦਾ ਵਾ ਤਾਂ ਮਤਲਬ ਤੁਹਾਨੂੰ ਕੋਈ ਵੀ ਐਕਸਟਰਾ ਚਾਂਸ ਨਹੀਂ ਦਿੱਤਾ ਜਾਂਦਾ। ਮਤਲਬ ਤੁਹਾਡੀ ਅੱਜ ਦੀ ਟਾਈਪਿੰਗ ਆ, ਜੇਕਰ ਤੁਹਾਡੀ ਕਿਸੇ ਵੀ ਰੀਜ਼ਨ ਕਰਕੇ ਕੋਈ ਵੀ ਬੱਸ ਖਰਾਬ ਹੋ ਗਈ, ਕੁਛ ਵੀ ਹੋ ਗਿਆ, ਕਿਸੇ ਵੀ ਰੀਜ਼ਨ ਕਰਕੇ ਮੀਂਹ ਪੈਂਦਾ ਵਾ, ਕੁਛ ਵੀ ਆ, ਜੇਕਰ ਤੁਸੀਂ ਮਿਸ ਹੋ ਗਏ ਤਾਂ ਤੁਹਾਨੂੰ ਮਤਲਬ ਅਨਐਲੀਜੀਬਲ ਕਰਾਰ ਦਿੱਤਾ ਜਾਊਗਾ ਤੇ ਤੁਹਾਨੂੰ ਦੁਬਾਰਾ ਚਾਂਸ ਨਹੀਂ ਮਿਲੂਗਾ। ਸੋ ਟਰਾਈ ਕਰਨੀ ਹੈ ਕਿ ਜਿੱਦਣ ਵੀ ਤੁਹਾਡਾ ਐਗਜ਼ਾਮ ਹੋਵੇ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਉੱਥੇ ਪਹੁੰਚ ਜਾਓ। ਜੇਕਰ ਤੁਹਾਡੀ ਸਲੋਟ ਦਾ ਤੁਸੀਂ ਦੇਖਣਾ ਕਿ ਟਾਈਮ ਕੀ ਦਿੱਤਾ ਹੋਇਆ, ਜੇਕਰ ਤੁਹਾਡਾ ਪਹਿਲਾਂ ਦਾ ਟਾਈਮ ਆ ਤਾਂ ਬਿਲਕੁਲ ਵੀ ਰਿਸਕ ਨਹੀਂ ਲੈਣਾ, ਇੱਕ ਦਿਨ ਪਹਿਲਾਂ ਉੱਥੇ ਪਹੁੰਚੋ, ਠੀਕ ਹੈ ਜੀ, ਜਿੱਥੇ ਵੀ ਤੁਹਾਡਾ ਟਾਈਪਿੰਗ ਟੈਸਟ ਹੋਏਗਾ। ਫਾਈਨਲ ਰਿਜ਼ਲਟ ਜਿਹੜਾ ਪੂਰਾ ਫਾਈਨਲ ਰਿਜ਼ਲਟ, ਆਹ ਚੀਜ਼ ਬਹੁਤ ਹੀ ਵਧੀਆ ਲੱਗੀ ਕਿ ਜਿਹੜੀ ਮਤਲਬ ਕਿ ਮੰਨ ਲਓ ਅੱਜ ਮੰਨ ਲਓ 22 ਤਰੀਕ ਨੂੰ ਸ਼ੁਰੂ ਹੋਇਆ ਤੇ 26 ਤਰੀਕ ਨੂੰ ਤੁਹਾਡਾ ਖਤਮ ਹੋ ਗਿਆ, ਤਾਂ ਉਸ ਤੋਂ ਫਾਈਨਲ ਰਿਜ਼ਲਟ ਇੱਕ ਹਫ਼ਤੇ ਬਾਅਦ ਮਤਲਬ 2-3 ਅਗਸਤ ਨੂੰ ਤੁਹਾਡਾ ਮਤਲਬ ਕਿ ਟਾਈਪਿੰਗ ਦਾ ਜੋ ਰਿਜ਼ਲਟ ਹੈ ਪੂਰਾ ਦਾ ਪੂਰਾ ਰਿਜ਼ਲਟ ਤੁਹਾਡਾ ਆਪਣੇ ਬੋਰਡ ਦੀ ਵੈਬਸਾਈਟ ਤੇ ਆ ਜਾਏਗਾ, ਠੀਕ ਹੈ ਜੀ। ਹੁਣ ਆਹ ਜਿਹੜਾ ਮੇਨ ਇੰਪੋਰਟੈਂਟ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਬਹੁਤ ਵੱਡੀ ਖੁਸ਼ਖਬਰੀ ਆ ਤੁਹਾਡੇ ਲਈ, ਦੇਖੋ ਜੀ। ਹੁਣ ਕਹਿੰਦੇ ਜੀ ਕੈਂਡੀਡੇਟ ਵਿਲ ਬੀ ਪ੍ਰੋਵਾਈਡਡ, ਕੈਂਡੀਡੇਟ ਨੂੰ ਉਹ ਗੁੱਡ ਕੁਆਲਿਟੀ ਦਾ ਕੀਬੋਰਡ ਪ੍ਰੋਵਾਈਡ ਕਰਨਗੇ ਟਾਈਪਿੰਗ ਐਗਜ਼ਾਮ ਤੇ ਆਪਦਾ। ਪਰ ਉਹਨਾਂ ਕੋਲੇ ਇੱਕ ਨਾ ਫਲੈਕਸੀਬਿਲਿਟੀ ਦਿੱਤੀ, ਹਾਲਾਂਕਿ ਇਹ ਚੀਜ਼ ਅੱਗੇ ਨਹੀਂ ਹੁੰਦੀ ਸੀ ਕਿ ਟਾਈਪਿੰਗ ਦੇ ਉੱਤੇ ਮੰਨ ਲਓ ਤੁਸੀਂ ਟਾਈਪਿੰਗ ਦੇਣ ਜਾ ਰਹੇ ਆ ਤਾਂ ਆਪਦਾ ਕੀਬੋਰਡ ਵੀ ਨਾਲ ਲੈ ਕੇ ਜਾ ਸਕਦੇ ਹੋ। ਕੋਈ ਵੀ ਕੀਬੋਰਡ ਤੇ ਤੁਸੀਂ ਟਾਈਪ ਕਰ ਰਹੇ ਹੋ, ਚਾਹੇ ਫਲੈਟ ਤੇ ਕਰ ਰਹੇ ਹੋ, ਚਾਹੇ ਤੁਸੀਂ ਉੱਭਰਵੀਆਂ ਕੀ ਵਾਲੇ ਤੇ ਕਰ ਰਹੇ ਹੋ, ਚਾਹੇ ਤੁਸੀਂ ਛੋਟੀ ਸਪੇਸ ਮਤਲਬ ਛੋਟੀ ਬੈਕ ਸਪੇਸ ਜਾਂ ਵੱਡੀ ਬੈਕ ਸਪੇਸ, ਛੋਟੀ ਆਪਣੀ ਸ਼ਿਫਟ ਜਾਂ ਵੱਡੀ ਸ਼ਿਫਟ, ਕੋਈ ਵੀ ਕੀਬੋਰਡ ਤੁਸੀਂ ਲੈ ਕੇ ਜਾ ਸਕਦੇ ਹੋ, ਠੀਕ ਆ। ਆਲ ਕੈਂਡੀਡੇਟ ਆਰ ਅਲਾਊਡ ਟੂ ਬ੍ਰਿੰਗ देयर ਓਨ ਵਾਇਰ, ਬਲੂਟੁੱਥ ਵਾਲਾ ਨਹੀਂ ਲੈ ਕੇ ਜਾਣਾ ਵਾ, ਵਾਇਰ ਵਾਲਾ ਜਿਹੜਾ USB ਕੀਬੋਰਡ ਹੁੰਦਾ ਵਾ ਉਹ ਤੁਸੀਂ ਲੈ ਕੇ ਜਾ ਸਕਦੇ ਹੋ। ਆਲ ਅਦਰ ਕੀਬੋਰਡ ਆਫ ਦਾ ਟਾਈਪ, ਮਤਲਬ ਹੋਰ ਤਰ੍ਹਾਂ ਦੇ ਜਿਹੜੇ ਹੁੰਦੇ ਆ, ਜਿਹੜੇ PS2 ਦੇ ਮਤਲਬ ਪਲੇ ਸਟੇਸ਼ਨ ਵਾਲੇ ਹੁੰਦੇ ਨੇ ਜਾਂ ਵਾਇਰਲੈਸ ਹੁੰਦੇ ਨੇ ਜਾਂ ਬਲੂਟੁੱਥ ਵਾਲੇ ਹੁੰਦੇ ਨੇ ਜਾਂ ਵਾਇਰ USB ਕੀਬੋਰਡ ਜਿਹਦੇ ਉੱਤੇ ਕੋਈ ਅਲੱਗ ਤੋਂ ਸਾਈਨ ਬਣਿਆ ਹੋਇਆ ਜਾਂ ਟੈਂਪਰਿੰਗ ਕੀਤੀ ਹੋਈ ਆ ਜਾਂ ਲੇਬਲਿੰਗ ਕੀਤੀ ਹੋਈ ਆ, ਉਹ ਵਾਲਾ ਅਲਾਉ ਨਹੀਂ ਹੋਏਗਾ, ਠੀਕ ਹੈ। ਨਾਰਮਲ ਮਤਲਬ ਕੋਈ ਵੀ ਕੀਬੋਰਡ ਤੁਹਾਡੇ ਕੋਲ ਹੈਗਾ ਨਾਰਮਲ ਜਿਹੜਾ ਯੂਜ਼ ਹੁੰਦਾ ਉਹ ਤੁਸੀਂ ਲੈ ਕੇ ਜਾ ਸਕਦੇ ਹੋ, ਪਰ ਇਹ ਆ ਨਹੀਂ ਲਿਜਾ ਸਕਦੇ, ਠੀਕ ਆ। ਸੋ ਇਹ ਚੀਜ਼ ਹੁਣ ਇਹ ਚੀਜ਼ ਦਾ ਬੈਨੀਫਿਟ ਤੁਹਾਨੂੰ ਇਹ ਹੋਏਗਾ, ਸਭ ਤੋਂ ਵੱਡਾ ਬੈਨੀਫਿਟ ਇਹ ਹੋਏਗਾ ਕਿਉਂਕਿ ਉੱਥੇ ਇਸ ਚੀਜ਼ ਦਾ ਸਭ ਤੋਂ ਵੱਧ ਡਰ ਸੀਗਾ ਕੈਂਡੀਡੇਟ ਨੂੰ ਕਿ ਜੇਕਰ ਉੱਥੇ ਮੈਨੂੰ ਕੀਬੋਰਡ ਖਰਾਬ ਮਿਲ ਗਿਆ, ਮੈਂ ਇਸ ਟਾਈਮ ਦੇ ਉੱਤੇ ਡੈਲ ਦੇ ਉੱਤੇ ਟਾਈਪਿੰਗ ਕਰ ਰਿਹਾ ਤੇ ਉੱਥੇ ਜਾ ਕੇ ਮੈਨੂੰ ਏਸਰ ਦਾ ਮਿਲ ਗਿਆ ਜਾਂ ਮੈਨੂੰ ਜ਼ੈਬਰੋਨਿਕ ਦਾ ਮਿਲ ਗਿਆ ਜਾਂ ਕੋਈ ਛੋਟੀ ਸ਼ਿਫਟ ਵਾਲਾ ਜਾਂ ਵੱਡੀ ਆਪਣੀ ਛੋਟੀ ਬੈਕ ਸਪੇਸ ਵਾਲਾ ਮਿਲ ਗਿਆ ਤਾਂ ਉੱਥੇ ਕਿਤੇ ਹੱਥ ਨਾ ਹਿੱਲ ਜਾਣ। ਵੈਸੇ ਤਾਂ ਕੋਈ ਖਾਸ ਫਰਕ ਨਹੀਂ ਪਏਗਾ, ਪਰ ਫਿਰ ਵੀ ਇੱਥੇ ਇਹਨਾਂ ਨੇ ਤੁਹਾਡੇ ਲਈ ਇੱਕ ਫਲੈਕਸੀਬਿਲਿਟੀ ਦੇ ਦਿੱਤੀ ਆ, ਤੁਸੀਂ ਆਪਦਾ ਲਿਜਾ ਸਕਦੇ ਹੋ ਕੀਬੋਰਡ। ਵੈਸੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦਿੱਤਾ ਹੋਇਆ ਕਿ ਉਹਨੂੰ ਵੀ ਗੁੱਡ ਕੁਆਲਿਟੀ ਦਾ ਕੀਬੋਰਡ ਤੁਹਾਨੂੰ ਪ੍ਰੋਵਾਈਡ ਕਰਨਗੇ, ਇਦਾਂ ਦੀ ਕੋਈ ਇਸ਼ੂ ਨਹੀਂ ਕਿ ਜੇ ਤੁਹਾਡੇ ਕੋਲ ਕੀਬੋਰਡ ਨਹੀਂ ਗਾ ਤਾਂ ਤੁਸੀਂ ਲੈ ਕੇ ਹੀ ਜਾਣਾ, ਉਹਨਾਂ ਨੇ ਤੁਹਾਨੂੰ ਪ੍ਰੋਵਾਈਡ ਕਰਨਾ ਹੀ ਕਰਨਾ ਵਾ। ਇਹ ਤੁਹਾਡੀ ਫਲੈਕਸੀਬਿਲਿਟੀ ਹੈ ਕਿ ਤੁਸੀਂ ਆਪਦਾ ਕੀਬੋਰਡ ਨਾਲ ਲੈ ਕੇ ਜਾ ਸਕਦੇ ਹੋ, ਠੀਕ ਹੈ ਜੀ। ਸੋ ਇਹ ਹੁਣ ਤੁਸੀਂ ਦੇਖਣਾ ਵਾ ਕਿ ਤੁਸੀਂ ਹੋਰ ਅਲੱਗ ਕੀਬੋਰਡ ਦੇ ਉੱਤੇ ਟਾਈਪ ਕਰ ਸਕਦੇ ਹੋ ਜਾਂ ਸਿਰਫ ਆਪਦੇ ਕੀਬੋਰਡ ਤੇ ਹੀ ਟਾਈਪ ਕਰਨਾ ਚਾਹੁੰਦੇ ਹੋ, ਠੀਕ ਹੈ ਜੀ। ਸੋ ਮੇਰੀ ਤੁਹਾਨੂੰ ਪਰਸਨਲੀ ਇਹੀ ਰਾਏ ਆ ਕਿ ਤੁਸੀਂ ਆਪਦਾ ਕੀਬੋਰਡ ਨਾਲ ਲੈ ਕੇ ਜਾਇਓ ਜੇਕਰ ਤੁਸੀਂ ਅਲੱਗ-ਅਲੱਗ ਕੀਬੋਰਡਸ ਤੇ ਜ਼ਿਆਦਾ ਪ੍ਰੈਕਟਿਸ ਨਹੀਂ ਕੀਤੀ। ਜੇਕਰ ਤੁਸੀਂ 3-4 ਕੀਬੋਰਡ ਤੇ ਜਾਂ ਟਾਈਪਿੰਗ ਸੈਂਟਰ ਦੇ ਵਿੱਚ ਪ੍ਰੈਕਟਿਸ ਕੀਤੀ ਹੋਈ ਆ ਫਿਰ ਤੁਹਾਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ, ਤੁਸੀਂ ਆਪਦਾ ਕੀਬੋਰਡ ਨਾ ਵੀ ਲੈ ਕੇ ਜਾਓਗੇ, ਉਹ ਤੁਹਾਨੂੰ ਕੀਬੋਰਡ ਪ੍ਰੋਵਾਈਡ ਕਰਨਗੇ, ਠੀਕ ਹੈ ਜੀ। ਹੁਣ ਜੀ ਇੰਸਟਰਕਸ਼ਨ ਦੇਖ ਲਓ ਇੱਕ ਵਾਰੀ ਜਿਹੜੀਆਂ ਨੇ ਟਾਈਪਿੰਗ ਸਪੀਡ ਦੇ ਨਾਲ ਰਿਲੇਟਡ ਹੈ। ਹਾਂ ਜੀ, ਵਰਡ ਦਾ ਮਤਲਬ ਕੀ ਕਹਿੰਦੇ ਆ, ਵਰਡ ਦਾ ਮਤਲਬ 5 ਕਰੈਕਟਰ, ਸਿੱਧੀ ਜੀ ਗੱਲ ਆ ਜੀ, 5 ਕਰੈਕਟਰ ਹੋਣਗੇ, ਠੀਕ ਆ। ਸੋ ਮਤਲਬ ਕਿ ਮੰਨ ਲਓ ਊੜਾ ਹੋ ਗਿਆ, ਐੜਾ ਹੋ ਗਿਆ, ਈੜੀ ਹੋ ਗਿਆ, ਸੱਸਾ ਹੋ ਗਿਆ ਤੇ ਹਾਹਾ ਹੋ ਗਿਆ। ਆ ਜਦੋਂ 5 ਅੱਖਰ ਬਣ ਗਏ ਤਾਂ 5 ਅੱਖਰਾਂ ਦਾ ਉਹ ਇੱਕ ਵਰਡ ਬਣਦੇ ਨੇ ਜਿਹੜੇ ਕਿ ਤੁਸੀਂ 300 ਵਰਡ ਟਾਈਪ ਕਰਨੇ ਆ ਬਸ, ਠੀਕ ਆ ਜੀ। ਸੋ ਸਿੰਪਲ ਆ, 300 ਨੂੰ ਹੁਣ ਤੁਸੀਂ 5 ਨਾਲ ਗੁਣਾ ਕਰ ਲਓ ਤਾਂ 1500 ਕਰੈਕਟਰ ਤੁਸੀਂ ਟਾਈਪ ਕਰਨੇ ਨੇ ਉੱਥੇ, ਠੀਕ ਆ। ਹਾਂਜੀ, ਟਾਈਪਿੰਗ ਜਿਹੜੀ ਆ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਡਿਸਪਲੇ ਹੋ ਜੂਗੀ ਸਕਰੀਨ ਤੇ 3 ਲਾਈਨਸ ਆਫ ਚੰਕ, ਮਤਲਬ ਕਿ 3 ਲਾਈਨਾਂ ਹੋਣਗੀਆਂ। ਜਿੱਦਾਂ ਤੁਸੀਂ ਪੰਜਾਬ ਐਗਜ਼ਾਮ ਪੋਰਟਲ ਵਾਂਗੂ ਹੀ ਯੂਜ਼ਰ ਫਰੈਂਡਲੀ ਹੋਏਗਾ। ਪੰਜਾਬ ਐਗਜ਼ਾਮ ਪੋਰਟਲ ਦੇ ਉੱਤੇ ਤੁਸੀਂ ਦੇਖੋਗੇ ਕਿ 3 ਲਾਈਨਾਂ ਹੁੰਦੀਆਂ ਟੈਕਸਟ ਦੀਆਂ ਤੇ ਕੈਂਡੀਡੇਟ ਨੂੰ ਸੇਮ ਟੂ ਸੇਮ ਉਹੀ ਟਾਈਪ ਕਰੀ ਜਾਣਾ ਥੱਲੇ, ਸੇਮ ਟੂ ਸੇਮ ਸਮਝ ਲਓ ਤੁਸੀਂ ਉਹੀ ਹੈ। ਐਕਸਟਰਾ ਵਰਡ ਜਿਹੜੇ ਨੇ ਨਾਟ ਫਾਊਂਡ ਇਨ ਦਾ ਟੈਕਸਟ, ਮੰਨ ਲਓ ਤੁਸੀਂ ਕੋਈ ਐਕਸਟਰਾ ਵਰਡ ਉੱਥੇ ਟਾਈਪ ਕਰਤਾ, ਮੰਨ ਲਓ ਕੋਈ ਸਾਹਮਣੇ ਪੈਰੇ ਦੇ ਉੱਤੇ ਨਹੀਂ ਸੀਗਾ, ਠੀਕ ਆ। ਤੇ ਕਰੈਕਟਰ ਜਿਹੜੇ ਵੀ ਤੁਸੀਂ ਉਹ ਕੀਤੇ ਆ ਉਹਨੂੰ ਕੰਸੀਡਰ ਕੀਤਾ ਜਾਊ ਮਿਸਟੇਕ, ਮਤਲਬ ਕਿ ਜੇਕਰ ਇੱਕ ਦੇ ਵਿੱਚ ਮੰਨ ਲਓ 30 ਵਰਡ ਹੈਗੇ ਨੇ, ਠੀਕ ਆ, ਪੈਰੇ ਦੇ ਵਿੱਚ ਮੰਨ ਲਓ 30 ਜਾਂ 32 ਵਰਡ ਹੈਗੇ ਆ ਤੇ ਤੁਸੀਂ ਚੱਕ ਕੇ 31 ਵਰਡ ਟਾਈਪ ਕਰਦੇ, ਜੇਕਰ ਤੁਸੀਂ 31 ਵਰਡ ਟਾਈਪ ਕਰਤੇ ਤਾਂ ਉਹ ਇੱਕ ਨੂੰ ਤੁਹਾਨੂੰ ਮਿਸਟੇਕ ਕੰਸੀਡਰ ਕਰਨਗੇ, ਠੀਕ ਆ ਜੀ। ਸੋ ਮਤਲਬ ਓਮਿਸ਼ਨ ਆਫ ਐਨੀ ਪੰਚੁਏਸ਼ਨ ਮਾਰਕ ਵਿਲ ਆਲਸੋ, ਮਤਲਬ ਕੋਈ ਵੀ ਗਲਤ ਉਹ ਪੰਚੁਏਸ਼ਨ ਮਾਰਕ ਕੀਤੀ ਉਹ ਵੀ ਮਿਸਟੇਕ ਹੋਊਗੀ। ਈਚ ਚੰਕ ਆਫ ਦਾ ਟੈਕਸਟ ਵਿਲ ਕੰਟੇਨ ਅਪਰੋਕਸੀਮੇਟਲੀ 32 ਤੋਂ 34 ਵਰਡ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਹਾਡੀ ਸਪੀਡ ਚਾਹੇ 45 ਆ ਰਹੀ ਹੈ, 40 ਆ ਰਹੀ ਹੈ, 50 ਆ ਰਹੀ ਹੈ, 60 ਆ ਰਹੀ ਆ,
ਉਸ ਟਾਈਮ ਦੇ ਉੱਤੇ ਤੁਹਾਨੂੰ ਉੱਥੇ ਟਾਈਪਿੰਗ ਦਾ ਪੈਰਾ ਇਸ ਹਿਸਾਬ ਨਾਲ ਹੀ ਮਿਲੇਗਾ ਕਿ ਜਾਂ 32 ਜਾਂ 34 ਵਰਡ ਹੀ ਇੱਕ ਚੰਕ ਦੇ ਵਿੱਚ ਹੋਣਗੇ, ਚੰਕ ਸਿਸਟਮ 'ਚ ਆਊਗਾ। ਪਹਿਲੀ ਗੱਲ ਇਹ ਧਿਆਨ ਰੱਖਣਾ, ਚੰਕ ਸਿਸਟਮ ਜੋ ਪੰਜਾਬ ਐਗਜ਼ਾਮ ਪੋਰਟਲ ਜਾਂ ਸਕਸੈਸ ਪਲੱਸ ਤੇ ਚੱਲ ਰਿਹਾ ਉਹੀ ਆਏਗਾ ਜਿਹੜਾ ਕਿ ਪਹਿਲਾਂ ਹੁੰਦਾ ਸੀ, ਠੀਕ ਆ। 10 ਚੰਕ ਹੋਣਗੇ, 10 ਚੰਕ ਨੂੰ ਲਾ ਲਓ ਤੁਸੀਂ, ਜਾਂ 320 ਤੋਂ ਲੈ ਕੇ 340 ਤੱਕ ਟੋਟਲ ਵਰਡ ਹੋਣਗੇ, ਮਤਲਬ ਤੁਸੀਂ ਲਾ ਲਓ ਜਾਂ ਤੁਹਾਡੀ 32 ਸਪੀਡ ਆਊਗੀ ਜਾਂ ਤੁਹਾਡੀ 34 ਆਊਗੀ, ਜਿੰਨਾ ਮਰਜ਼ੀ ਤੁਹਾਡੀ ਇਸ ਟਾਈਮ ਦੇ ਉੱਤੇ ਸਪੀਡ ਬਣੀ ਹੋਈ ਆ। ਸੋ ਆਰਾਮ ਦੇ ਨਾਲ ਟਾਈਪ ਕਰਨਾ ਵਾ ਉੱਥੇ, ਠੀਕ ਆ, ਆਰਾਮ ਨਾਲ ਨਿਕਲੂਗਾ ਪੈਰਾ ਤੁਹਾਡਾ। ਹੁਣ ਕੈਂਡੀਡੇਟ ਹੈਜ਼ ਟੂ ਟਾਈਪ ਆਲ ਦਾ 10 ਚੰਕ, ਸਾਰੇ ਚੰਕ ਤੁਸੀਂ ਟਾਈਪ ਕਰਨੇ ਆ। ਪਹਿਲੀ ਗੱਲ ਤਾਂ ਇਹ ਚੀਜ਼ ਨਹੀਂ ਤੁਸੀਂ ਧਿਆਨ ਦੇਣੀ ਕਿ ਮੇਰੇ ਇਸ ਟਾਈਮ ਦੇ ਉੱਤੇ 9 ਚੰਕ ਹੋ ਗਏ ਨੇ ਜਾਂ ਮਤਲਬ ਕਿ ਹੋ ਗਏ ਨੇ ਤੇ ਪਹਿਲਾਂ ਤੁਸੀਂ ਅੱਗੇ ਨਹੀਂ ਜਾਣਾ, ਠੀਕ ਆ। ਸੋ ਮਤਲਬ ਕੈਂਡੀਡੇਟ ਹੈਜ਼, ਜੇਕਰ ਤੁਸੀਂ ਐਲੀਜੀਬਿਲਟੀ ਕਰਨੀ ਆ ਤਾਂ ਸਾਰੇ ਦੇ ਸਾਰੇ ਚੰਕ ਤੁਸੀਂ ਟਾਈਪ ਕਰਨੇ ਆ। ਕੈਂਡੀਡੇਟ ਹੂ ਫਿਨਿਸ਼ ਟਾਈਪਿੰਗ ਆਲ ਦਾ 10 ਚੰਕਸ, ਮਤਲਬ ਕਿ 10 ਚੰਕ ਜੇਕਰ ਤੁਸੀਂ ਪਹਿਲਾਂ ਟਾਈਪ ਕਰਤੇ ਹੋਏ ਆ ਰਿਮੇਨਿੰਗ ਟਾਈਮ ਤੇ, ਤਾਂ ਰਿਮੂਵ ਬਾਏ ਮਿਸਟੇਕ ਇਨ ਦਾ ਟਾਈਪ ਟੈਕਸਟ ਟੂ ਇੰਪਰੂਵ ਦਾ ਟਾਈਪਿੰਗ ਐਕੂਰੇਸੀ। ਬਸ ਸਿੰਪਲ ਗੱਲ ਆ ਕਿ ਜੇਕਰ ਤੁਸੀਂ 8 ਮਿੰਟਾਂ ਦੇ ਵਿੱਚ, ਮੰਨ ਲਓ 8 ਮਿੰਟਾਂ ਦੇ ਵਿੱਚ ਤੁਸੀਂ ਟਾਈਪਿੰਗ ਦੇ ਉਹ ਸਾਰਾ ਦਾ ਸਾਰਾ ਪੈਰਾ ਤੁਸੀਂ ਟਾਈਪ ਕਰ ਲਿਆ ਹੋਇਆ ਵਾ 8 ਮਿੰਟ ਦੇ ਵਿੱਚ, 2 ਮਿੰਟ ਤੁਹਾਡੇ ਕੋਲ ਬਚਦੇ ਨੇ, ਤਾਂ ਐਰੋ ਕੀ ਦੇ ਨਾਲ ਤੁਸੀਂ ਉੱਪਰ ਜਾ ਕੇ, ਆ ਦੇਖੋ ਡਾਊਨ ਕੀ ਜਾਂ ਐਰੋ ਕੀ ਦੇ ਨਾਲ ਤੁਸੀਂ ਉੱਪਰ ਜਾ ਕੇ ਜਾਂ ਥੱਲੇ ਆ ਕੇ ਤੁਸੀਂ ਆਪਦਾ ਜਿਹੜਾ ਤੁਹਾਨੂੰ ਗਲਤੀ ਦਿਖਦੀ ਆ ਕਿ ਹਾਂ ਮੇਰੇ ਤੋਂ ਇੱਥੇ ਗਲਤੀ ਹੋ ਸਕਦੀ ਹੈ, ਇੱਕ ਵਾਰ ਤੁਸੀਂ 2 ਮਿੰਟ ਦੇ ਵਿੱਚ ਚੈੱਕ ਕਰਕੇ ਉਹਨੂੰ ਸਹੀ ਕਰ ਸਕਦੇ ਹੋ। ਇਹਦਾ ਮਤਲਬ ਕਿ ਬੈਕ ਸਪੇਸ ਜਿੰਨੀ ਮਰਜ਼ੀ ਅਲਾਊ ਆ, ਠੀਕ ਆ, ਤੁਹਾਨੂੰ ਜਿੰਨੀ ਵਾਰ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ, ਪਰ ਧਿਆਨ ਨਾਲ ਕਰਨੀ ਹੈ। ਹੁਣ ਉਹ ਕਹਿੰਦੇ ਜੀ ਆਫਟਰ ਟਾਈਪਿੰਗ 80%, ਮੰਨ ਲਓ ਤੁਸੀਂ 80% ਟੈਕਸਟ, ਮਤਲਬ ਇੱਕ ਚੰਕ ਦਾ ਜੇਕਰ ਤੁਸੀਂ 80% ਕਰਤਾ ਤਾਂ ਤੁਸੀਂ ਕੈਨ ਯੂਜ਼ ਐਂਟਰ ਕੀ। ਜੇਕਰ ਤੁਸੀਂ ਐਂਟਰ ਕੀ ਕਰੋਗੇ ਜਾਂ ਡਾਊਨ ਕੀ ਐਰੋ ਕੀ ਕਰੋਗੇ ਤਾਂ ਅਗਲੇ ਚੰਕ ਤੇ ਜਾ ਸਕਦੇ ਹੋ। ਪਰ ਤੁਸੀਂ ਕੀ ਧਿਆਨ, ਹੁਣ ਅਗਲੇ ਚੰਕ ਤੇ ਜਾਣ ਲਈ ਇੱਕ ਤਾਂ ਐਂਟਰ ਕੀ ਨਾਲ ਵੀ ਚਲਿਆ ਜਾਊਗਾ ਤੇ ਡਾਊਨ ਕੀ ਨਾਲ ਵੀ, ਤੁਸੀਂ ਆਮ ਤੌਰ ਦੇ ਉੱਤੇ ਐਂਟਰ ਕੀ ਹੀ ਯੂਜ਼ ਕਰਨੀ ਹੈ, ਠੀਕ ਆ। ਸੋ ਇੱਕ ਇਹ ਚੀਜ਼ ਸਿਰਫ ਇਹ ਇੰਸਟਰਕਸ਼ਨ ਦੇ ਵਿੱਚ ਦਿੱਤਾ ਹੋਇਆ, ਬਟ ਤੁਸੀਂ 80% ਨਹੀਂ ਟਾਈਪ ਦੀ ਸੋਚਣੀ ਆ, ਤੁਸੀਂ ਉਹ ਪੂਰਾ ਚੰਕ ਟਾਈਪ ਕਰਕੇ ਅਗਲੀ ਵਾਰ ਜਾਣਾ। ਇਹ ਸਿਰਫ ਜਸਟ ਇਹੀ ਦਿੱਤਾ ਹੋਇਆ ਕਿ ਅਗਲੇ ਚੰਕ 'ਚ ਤੁਸੀਂ ਕਿਵੇਂ ਜਾ ਸਕਦੇ ਹੋ, ਠੀਕ ਆ। ਹਾਂਜੀ, ਪੈਨਲਟੀ ਦਿੱਤੀ ਹੋਈ ਹੈ ਇਹਨਾਂ ਨੇ ਕਿ ਸਕਿਪਿੰਗ ਦੀ ਵਰਡ, ਮੰਨ ਲਓ ਕੋਈ ਸਕਿਪ ਕਰਤਾ ਤੁਸੀਂ ਵਰਡ, ਠੀਕ ਆ, ਇੱਕ ਪੈਨਲਟੀ ਉਹ ਦੇ ਰਿਹਾ। ਸੋ ਕੈਂਡੀਡੇਟ ਸ਼ੁੱਡ ਟੇਕ ਕੇਅਰ ਦੈਟ ਆਲ ਦਾ ਵਰਡਸ ਗਿਵਨ ਇਨ ਦਾ ਚੰਕ ਆਰ ਟਾਈਪਿੰਗ, ਮਤਲਬ ਸਿੰਪਲ ਇਹੀ ਆ ਕਿ ਜੇਕਰ ਤੁਸੀਂ ਸਕਿਪ ਕੀਤੀ ਆ, ਕੋਈ ਵੀ ਪੈਨਲਟੀ ਤੁਹਾਨੂੰ ਹੋਈ ਆ, ਤਾਂ ਤੁਹਾਨੂੰ ਇਹੀ ਧਿਆਨ ਰੱਖਣਾ ਵਾ, ਤੁਸੀਂ ਇਹਦੇ ਵਿੱਚ ਕੁਝ ਵੀ ਨਹੀਂ ਸੋਚਣਾ, ਤੁਹਾਨੂੰ ਪੈਨਲਟੀ ਮਿਲੂਗੀ ਜਿੰਨੇ ਤੁਸੀਂ ਵਰਡ, ਮਤਲਬ 80% ਉਹਨਾਂ ਨੇ ਕਿਹਾ ਵੀ ਤੁਸੀਂ ਕਰਕੇ ਅੱਗੇ ਜਾ ਸਕਦੇ ਹੋ। ਜੇਕਰ ਤੁਸੀਂ ਸੋਚ ਲਿਆ ਕਿ ਤੁਹਾਡੇ ਤੋਂ ਗਲਤੀ ਨਾਲ ਵੀ ਐਂਟਰ ਟਾਈਪ ਹੋ ਗਿਆ, ਤੇ ਜਿਹੜੇ ਚੰਕ ਦੇ ਵਿੱਚ ਜਿਹੜੇ ਬਾਕੀ ਅੱਖਰ ਤੁਸੀਂ ਛੱਡ ਕੇ ਆਏ ਹੋ ਉਹ ਸਾਰੀਆਂ ਗਲਤੀਆਂ ਕਾਊਂਟ ਹੋਣਗੀਆਂ, ਇਹ ਚੀਜ਼ ਯਾਦ ਰੱਖਣੀ ਆ, ਠੀਕ ਆ। ਸੋ ਪੂਰਾ ਚੰਕ ਟਾਈਪ ਕਰਕੇ ਫਿਰ ਅੱਗੇ ਜਾਣਾ ਵਾ। ਫॉर ਐਡੀਟਿੰਗ ਦਾ ਟੈਕਸਟ, ਮੰਨ ਲਓ ਕੋਈ ਟੈਕਸਟ ਕਰਨਾ, ਅਪ ਐਰੋ ਦੇ ਨਾਲ ਤੁਸੀਂ ਉੱਪਰ ਥੱਲੇ ਜਾ ਸਕਦੇ ਹੋ, ਜਿਹੜੇ ਆਪਣੇ ਬਣੇ ਹੁੰਦੇ ਆ ਕੀਬੋਰਡ ਦੇ ਉੱਤੇ, ਠੀਕ ਆ। ਪ੍ਰੀਵੀਅਸ ਲਾਈਨ ਤੇ ਜਾਣਾ, ਪੇਜ ਅਪ ਕਰ ਸਕਦੇ ਹੋ, ਪੇਜ ਡਾਊਨ ਦੇ ਨਾਲ ਤੁਸੀਂ ਨੈਕਸਟ ਲਾਈਨ ਵਗੈਰਾ ਦੇ ਉੱਤੇ ਜਾ ਸਕਦੇ ਹੋ, ਇਹਦੇ ਵਿੱਚ ਕੋਈ ਖਾਸ ਦਿੱਕਤ ਵਾਲੀ ਗੱਲ ਨਹੀਂ। ਹੁਣ ਸਪੇਸ, ਨੰਬਰ, ਲੈਟਰ, ਪੰਚੁਏਸ਼ਨ ਤੇ ਐਂਟਰ ਕੀ ਆਲ ਆਰ ਕਾਊਂਟਡ ਐਜ਼ ਕਰੈਕਟਰ ਫॉर ਕੈਲਕੂਲੇਸ਼ਨ ਗ੍ਰੋਸ ਸਪੀਡ। ਹੁਣ ਦੇਖੋ ਇਹ ਚੀਜ਼ ਧਿਆਨ ਦੇਣ ਯੋਗ ਆ, ਸਪੇਸ ਨੰਬਰ ਤਾਂ ਤੁਹਾਡੇ ਹੋਣਗੇ, ਲੈਟਰ ਵੀ ਹੋਣਗੇ, ਪੰਚੁਏਸ਼ਨ ਮਾਰਕ ਹੋਣਗੇ, ਐਂਟਰ ਕੀ ਵੀ ਤੁਹਾਡੀ ਕਰੈਕਟਰ ਕਾਊਂਟ ਹੋਏਗੀ, ਠੀਕ ਹੈ, ਕੈਲਕੂਲੇਸ਼ਨ ਲਈ। ਕਰੈਕਟਰ, ਠੀਕ ਹੈ ਜੀ, ਕਰੈਕਟਰ ਦਾ ਮਤਲਬ ਇਦਾਂ ਵਾ ਕਿ ਮਤਲਬ ਤੁਸੀਂ ਆੜਾ ਪਾਇਆ, ਠੀਕ ਆ, ਆੜਾ ਪਾਇਆ, ਆੜੇ ਨੂੰ ਕੰਨਾ ਪਾਇਆ ਤੇ ਈਡੀ ਨੂੰ ਬਿਹਾਰੀ ਪਾਈ, ਠੀਕ ਆ। ਸੋ ਸਿੰਪਲ ਆਪਾਂ ਲੈ ਲੈਂਦੇ ਹਾਂ, ਚਲੋ ਇੰਨਾ ਕਾਹਨੂੰ ਕਰਨਾ, ਠੀਕ ਆ। ਏ ਬੀ ਆਪਾਂ ਲਾ ਲੈਂਦੇ ਹਾਂ, ਠੀਕ ਆ ਜੀ, ਏ ਤੇ ਬੀ ਆ, ਮਤਲਬ ਇਹ ਕਰੈਕਟਰ ਆ ਤੁਹਾਡਾ, ਠੀਕ ਆ। ਇੱਕ ਕਰੈਕਟਰ ਜਿਹੜਾ ਕਿ ਤੁਹਾਡਾ ਇੱਕ ਕਰੈਕਟਰ ਦੇ ਵਿੱਚ, ਇੱਕ ਦੇ ਵਿੱਚ ਮੰਨ ਲਓ ਤੁਸੀਂ ਇਹਦੇ ਸਪੇਸ ਪਾਤੀ, ਸਪੇਸ ਪਾ ਕੇ ਬਾਅਦ 'ਚ ਤੁਸੀਂ ਐਂਟਰ ਦੱਬਦਾ, ਮਤਲਬ ਨੈਕਸਟ ਚੰਕ ਦੀ ਮੈਂ ਗੱਲ ਕਰ ਰਿਹਾ ਵਾਂ, ਤੇ ਜਦੋਂ ਤੁਸੀਂ ਅਗਲੇ ਚੰਕ ਲਈ ਐਂਟਰ ਵੀ ਦੱਬੋਗੇ ਤਾਂ ਐਂਟਰ ਵੀ ਜਿਹੜਾ ਵਾ, ਠੀਕ ਆ, ਐਂਟਰ ਵੀ ਜਿਹੜਾ ਹੋਏਗਾ ਤੁਹਾਡਾ ਉਹ ਵੀ ਤੁਹਾਡਾ ਕਾਊਂਟ ਕੀਤਾ ਜਾਊਗਾ ਕਰੈਕਟਰ ਦੇ ਉੱਤੇ, ਠੀਕ ਆ। ਪਰ ਫॉर ਕੈਲਕੂਲੇਟਿੰਗ ਗ੍ਰੋਸ ਸਪੀਡ ਜਾਨੀ ਇਸ ਤਰੀਕੇ ਦੇ ਨਾਲ ਕੈਲਕੂਲੇਟ ਹੋਏਗੀ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ 1500 ਕਰੈਕਟਰ ਤੇ 300 ਵਰਡ ਕਾਊਂਟ ਹੋਣਗੇ। ਪਰ ਬਟ ਐਕਸਟਰਾ ਸਪੇਸ, ਜੇਕਰ ਤੁਸੀਂ ਐਕਸਟਰਾ ਸਪੇਸ ਦੇ ਰਹੇ ਹੋ, ਐਕਸਟਰਾ ਐਂਟਰ ਕੀ ਦੱਬ ਰਹੇ ਹੋ, 2-3 ਵਾਰੀ ਐਂਟਰ ਕੀ ਦੱਬੀਆਂ ਨੇ, ਮਤਲਬ ਤੁਸੀਂ ਕਿ ਪੁਰਾਣੇ ਚੰਕ ਦੇ ਵਿੱਚ ਚਲੇ ਗਏ ਫਿਰ ਐਂਟਰ ਕੀ ਦੱਬੀ 2-3 ਵਾਰੀ, ਤਾਂ ਉਹ ਵਾਲੀਆਂ ਜਿਹੜੀਆਂ ਕੋਈ ਵੀ ਫੰਕਸ਼ਨ ਕੀ ਤੁਸੀਂ ਸ਼ਿਫਟ ਦੇ ਨਾਲ ਦੱਬੀ, ਕੁਝ ਵੀ ਕੀਤਾ, ਉਲਟ ਜਾਂ ਕੀਤਾ ਜਾਂ ਬੈਕ ਸਪੇਸ ਕੀਤਾ, ਇਹ ਵਿਲ ਨਾਟ ਬੀ ਕਾਊਂਟਡ, ਇਹ ਕਾਊਂਟ ਨਹੀਂ ਹੋਣਗੀਆਂ, ਠੀਕ ਆ। ਸੋ ਇਹ ਚੀਜ਼ ਧਿਆਨ ਰੱਖਣੀ ਆ। ਐਕਸਟਰਾ ਸਪੇਸ ਹੋ ਗਈ, ਮਤਲਬ ਕੋਈ ਐਕਸਟਰਾ ਸਪੇਸ ਦੇ ਦਿੱਤੀ ਤੁਸੀਂ, ਐਕਸਟਰਾ ਐਂਟਰ ਕੀ ਦੇਤੀ, ਐਨੀ ਫੰਕਸ਼ਨ ਕੀ ਮਾਰਤੀ, ਠੀਕ ਆ। ਸੋ ਉਹ ਸ਼ਿਫਟ ਦਾ ਉਲਟ ਬੈਕ ਸਪੇਸ, ਮਤਲਬ ਬੈਕ ਸਪੇਸ ਆ ਮੇਨ, ਇਹਦੇ ਵਿੱਚ ਧਿਆਨ ਦੇਣ ਯੋਗ ਗੱਲ ਕਿਹੜੀ ਆ ਜੀ, ਇਹ ਹੈਗੀ ਜੀ ਬੈਕ ਸਪੇਸ। ਬੈਕ ਸਪੇਸ ਤੁਸੀਂ ਇਹਦਾ ਮਤਲਬ ਕਿੰਨੀ ਵਾਰ ਮਰਜ਼ੀ ਯੂਜ਼ ਕਰ ਸਕਦੇ ਹੋ, ਇਹ ਕਾਊਂਟ ਨਹੀਂ ਹੋਏਗੀ, ਠੀਕ ਹੈ ਜੀ। ਸੋ ਇਹ ਚੀਜ਼ ਦਾ ਧਿਆਨ ਰੱਖਣਾ। ਹੁਣ ਐਕਸਟਰਾ ਸਪੇਸ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਕੋਈ ਪੰਚੁਏਸ਼ਨ ਮਾਰਕਾ ਕੋਈ ਇੱਕ ਵਰਡ ਲਿਖ ਰਹੇ ਹੋ ਤੇ ਉਹਦੇ ਵਿੱਚ ਤੁਸੀਂ ਸਪੇਸ ਐਕਸਟਰਾ ਦਿੱਤੀ ਹੈ ਤੇ ਤੁਹਾਡੀ ਮਾਫ ਹੋ ਜਾਏਗੀ, ਉਹ ਗਲਤੀ ਮੰਨੀ ਜਾਊਗੀ। ਉਹਨਾਂ ਨੇ ਵੈਸੇ ਐਕਸਟਰਾ ਸਪੇਸ ਕਿਹਾ ਕਿ ਤੁਸੀਂ ਪੈਰੇ ਦੇ ਦੌਰਾਨ ਪੈਰਾ ਖਤਮ ਕਰ ਲਿਆ, 2-3 ਐਕਸਟਰਾ ਬੈਕ ਸਪੇਸ ਆਪਣਾ ਸਪੇਸ ਦੇਤੀਆਂ ਤਾਂ ਉਹ ਨਹੀਂ ਮੰਨੀ ਜਾਏਗੀ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਦੇ ਹਾਂ।
ਹੁਣ ਆਹ ਵਾਲੇ ਅੱਖਰਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਕਿ ਜਿਹੜਾ ਊੜੇ ਨੂੰ ਔਂਕੜ ਪੈਣਾ, ਦਲਿੰਕੜ ਪਾਉਣਾ, ਐੜੇ ਨੂੰ, ਇਹ ਸਾਰਾ ਤੁਸੀਂ ਕਰ ਚੁੱਕੇ ਹੋ ਕਿ ਕਿਸ ਤਰ੍ਹਾਂ ਹੋਏਗਾ, ਠੀਕ ਆ। ਜਿਹੜੇ ਵੀ ਵੋਵਲਸ ਹੁੰਦੇ ਨੇ ਇਹ ਅਲੱਗ ਤੋਂ ਨਹੀਂ ਪੈਣੇ, ਇੱਕ ਹੀ ਇਹਦਾ ਕੋਡ ਆ ਜਿਹੜਾ ਤੁਸੀਂ ਪੰਜਾਬੀ ਟਾਈਪਿੰਗ ਕਰਦੇ ਹੁੰਦੇ ਹੋ, ਜਿਹੜੀ ਮਿਡਲ ਵਾਲੀ ਰੋ ਹੋਗੀ ਚਾਹੇ ਉੱਪਰ ਵਾਲੀ ਰੋ ਹੋਗੀ ਉਹਦੇ ਰਾਹੀਂ ਹੀ ਪੈਂਦੇ ਨੇ, ਠੀਕ ਆ। ਸੋ ਅਲੱਗ-ਅਲੱਗ ਨਹੀਂ ਪਾਉਣਗੇ। ਸੋ ਇਹਨੂੰ ਇੱਕ ਅੱਖਰ ਮੰਨਿਆ ਜਾਊਗਾ। ਇਹਦਾ ਮਤਲਬ ਐ ਨਹੀਂ ਕਿ ਊੜਾ ਤੁਸੀਂ ਉਹ, ਕਿਉਂਕਿ ਇਹ ਇੱਕ ਅੱਖਰ ਦੇ ਨਾਲ ਸ਼ਿਫਟ ਦੇ ਨਾਲ ਤੁਹਾਡਾ ਐਂਟਰ ਹੋ ਗਿਆ, ਇਹਦਾ ਮਤਲਬ ਐ ਨਹੀਂ ਊੜੇ ਨੂੰ ਇੱਕ ਅਲੱਗ ਕਰੈਕਟਰ ਨਹੀਂ ਮੰਨਣਗੇ, ਊੜੇ ਨੂੰ ਔਂਕੜ ਨੂੰ ਅਲੱਗ ਨਹੀਂ ਮੰਨਣਗੇ, ਇਹ ਸਾਰਾ ਇੱਕ ਕਰੈਕਟਰ ਮੰਨਿਆ ਜਾਊਗਾ, ਠੀਕ ਹੈ। ਕੌਨਸਟੈਂਟ ਹੋ ਗਏ ਜਿਹੜੇ ਤੁਹਾਡੇ ਕੱਕਾ, ਕੱਖਾ, ਗੱਗਾ, ਘੱਗਾ, ਸੋ ਇਹ ਤਾਂ ਸਾਰੇ ਇੱਕ ਮੰਨੇ ਹੀ ਜਾਣਗੇ। ਜਿਹੜਾ ਹੁਣ ਕੰਨਾ ਹੋ ਗਿਆ, ਸਿਹਾਰੀ ਬਿਹਾਰੀ, ਅੱਧਕ ਬਿੰਦੀ ਟਿੱਪੀ ਹੋ ਗਿਆ, ਠੀਕ ਆ, ਹਾਫ ਕਰੈਕਟਰ ਹੋ ਗਿਆ, ਬਿੰਦੀ ਕਰੈਕਟਰ ਹੋ ਗਿਆ, ਆ ਛੱਛਾ ਕੱਖਾ ਬੱਬਾ, ਸੋ ਆਲ ਟ੍ਰੀਟਡ ਐਜ਼ ਸਿੰਗਲ ਕਰੈਕਟਰ, ਇੱਕ ਕਰੈਕਟਰ ਮੰਨਿਆ ਜਾਊਗਾ ਇਹ, ਠੀਕ ਆ। ਬਸ ਇਹ ਚੀਜ਼ ਧਿਆਨ ਰੱਖਣੀ। ਟੋਟਲ ਨੰਬਰ ਆਫ ਕਰੈਕਟਰ ਇਨ ਪੰਜਾਬੀ ਵਰਡ ਆਸਰਾ, ਮਤਲਬ ਇਹਨਾਂ ਨੇ ਦਿੱਤਾ ਹੋਇਆ ਤਰੀਕੇ ਜੇ ਨਾਲ, ਜਿਵੇਂ ਆੜੇ ਨੂੰ ਕੰਨਾ ਤੁਸੀਂ ਦੱਬਿਆ ਇੱਕ ਕਰੈਕਟਰ, ਠੀਕ ਆ, ਸੱਸੇ ਦਾ ਆ ਗਿਆ 2 ਕਰੈਕਟਰ, ਠੀਕ ਆ, ਰਾਰੇ ਦਾ ਤੀਜਾ ਕਰੈਕਟਰ, ਤੇ ਆਪਣਾ ਹੋ ਗਿਆ ਕੰਨੇ ਦਾ ਹੋ ਗਿਆ ਚੌਥਾ ਕਰੈਕਟਰ। ਬਸ ਇਹ 4 ਕਰੈਕਟਰ ਹੋ ਗਏ। ਇੱਕ ਕਰੈਕਟਰ ਹੋਰ ਮਤਲਬ ਤੁਸੀਂ ਸਪੇਸ ਦੱਬੀ ਤਾਂ ਤੁਹਾਡਾ 5 ਕਰੈਕਟਰਾਂ ਦਾ ਇੱਕ ਵਰਡ ਬਣ ਗਿਆ, ਠੀਕ ਆ। ਵਾਇਲ ਦਾ ਵਰਡ ਸ਼੍ਰੀ ਦਾ ਮਤਲਬ ਹੁੰਦਾ ਕਿ 3 ਕਰੈਕਟਰ, ਕਿਉਂਕਿ ਇਹਦੇ ਵਿੱਚ ਕਾਰਨ ਪਤਾ ਕੀ ਆ, ਛੱਛਾ ਤੁਸੀਂ ਇੱਕ ਅਲੱਗ ਪਾਇਆ, ਠੀਕ ਆ, ਛੱਛਾ ਤੁਸੀਂ ਅਲੱਗ ਪਾਇਆ, ਬਟ ਤੁਸੀਂ ਪੈਰ ਦੇ ਵਿੱਚ ਰਾਰਾ ਅਲੱਗ ਤੋਂ ਪਾਇਆ, ਠੀਕ ਆ। ਸੋ ਇਹ ਦੂਜਾ ਕਰੈਕਟਰ ਹੋ ਗਿਆ, ਤੇ ਬਿਹਾਰੀ ਤੁਸੀਂ ਅਲੱਗ ਤੋਂ ਪਾਈ, ਤਾਂ ਇਹ 3 ਕਰੈਕਟਰ ਮੰਨੇ ਜਾਣਗੇ। ਨੈਕਸਟ ਦੇਖਦੇ ਹਾਂ ਜੀ। ਹਾਂਜੀ, ਟੌਪ ਉਹਨਾਂ ਨੇ ਸਿੰਪਲ ਚੀਜ਼ ਦਿੱਤੀ ਹੋਈ ਹੈ ਕਿ ਯੂਨੀਕੋਡ ਦੇ ਵਿੱਚ ਸਿੰਗਲ ਕਰੈਕਟਰ ਐਂਡ ਇਜ਼ ਨਾਟ ਕੰਬੀਨੇਸ਼ਨ ਆਫ ਵੋਵਲਸ ਐਂਡ ਕੈਰੀਅਰ, ਮਤਲਬ ਅਲੱਗ-ਅਲੱਗ ਨਹੀਂ ਪਾਉਣਗੇ ਤੁਸੀਂ। ਆਹ ਦੇਖੋ, ਆਹ ਦਿੱਤਾ ਹੋਇਆ ਨਾ, ਆਹ ਅਲੱਗ ਤੋਂ ਇੱਥੇ ਦਿੱਤਾ ਹੋਇਆ, ਇਦਾਂ ਨਹੀਂ ਪਾਉਣੀਗੀ ਤੁਸੀਂ ਕਿ ਪਹਿਲਾਂ ਤੁਸੀਂ ਊੜਾ ਪਾਤਾ ਤੇ ਬਾਅਦ ਵਿੱਚ ਤੁਸੀਂ ਔਂਕੜ ਪਾਓਗੇ ਤਾਂ ਉਹਦੀ ਮਤਲਬ ਕਿ ਨਹੀਂ ਅਸੈਪਟ ਨਹੀਂ ਕੀਤੀ ਜਾਊਗੀ, ਠੀਕ ਹੈ ਜੀ। ਸੋ ਵੈਸੇ ਵੀ ਜਦੋਂ ਤੁਸੀਂ ਪਾਉਂਦੇ ਹੁੰਦੇ ਹੋ ਤਾਂ ਦੇਖੋਗੇ, ਜਦੋਂ ਤੁਸੀਂ ਇੱਕ ਊੜਾ ਪਾ ਕੇ ਔਂਕੜ ਪਾਓਗੇ ਤਾਂ ਉਹ ਚੀਜ਼ ਨਹੀਂ ਪਏਗੀ, ਠੀਕ ਹੈ। ਜੇਕਰ ਪਏਗੀ ਵੀ ਤੁਸੀਂ ਇਹ ਨਹੀਂ ਮੰਨੋਗੇ ਤੁਸੀਂ ਆਹ ਸ਼ਿਫਟ ਨਾ ਪਾਉਣੀ ਹੈ, ਸ਼ਿਫਟ ਜੀ, ਸ਼ਿਫਟ ਟੀ ਨਾਲ, ਸ਼ਿਫਟ ਏ ਨਾਲ, ਇਹਨਾਂ ਨੇ ਕੋਡਿੰਗ ਵੀ ਦਿੱਤੀ ਹੋਈ ਆ। ਜੇਕਰ ਤੁਹਾਨੂੰ ਵੈਸੇ ਤਾਂ ਤੁਸੀਂ ਇੰਨੀ ਕੁ ਪ੍ਰੈਕਟਿਸ ਕਰ ਚੁੱਕੇ ਹੋਵੋਗੇ ਕਿ ਤੁਹਾਨੂੰ ਇਹਦੀ ਕੋਈ ਦਿੱਕਤ ਹੀ ਨਹੀਂ ਹੋਏਗੀ, ਠੀਕ ਹੈ ਜੀ। ਸੋ ਸ਼ੁੱਡ ਨਾਟ ਬੀ ਟਾਈਪਡ ਐਟ ਕੰਬੀਨੇਸ਼ਨ ਆਫ 2 ਕਰੈਕਟਰ, ਮਤਲਬ ਆੜੇ ਨੂੰ ਕੰਨਾ ਵਾ ਬਟ ਐਜ਼ ਏ ਸਿੰਗਲ ਕਰੈਕਟਰ ਮੰਨਿਆ ਜਾਊਗਾ, ਮਤਲਬ ਅਲੱਗ-ਅਲੱਗ ਨਹੀਂ ਪਾਉਣਾ। ਆਈ ਨਹੀਂ ਵੀ ਤੁਸੀਂ ਪਹਿਲਾਂ ਆੜਾ ਪਾਤਾ ਫਿਰ ਤੁਸੀਂ ਕੰਨਾ ਦੱਬੋਗੇ, ਆੜੇ ਨੂੰ ਕੰਨਾ ਪਾਉਣਾ ਵਾ ਤੁਸੀਂ, ਜਿਹੜਾ ਕਿ ਸ਼ਿਫਟ ਈ ਦੇ ਨਾਲ, ਠੀਕ ਹੈ। ਐਗਜ਼ਾਮਪਲ ਲੈ ਲਓ, ਜਿੱਦਾਂ ਕਿ ਸ਼ਿਫਟ ਈ ਹੋ ਗਿਆ, ਠੀਕ ਆ, ਸ਼ਿਫਟ ਈ ਹੋ ਗਿਆ ਤਾਂ ਸ਼ਿਫਟ ਈ ਦੇ ਨਾਲ ਹੀ ਤੁਸੀਂ ਇਹ ਚੀਜ਼ ਯੂਜ਼ ਕਰਨੀ ਆ, ਠੀਕ ਹੈ। ਸ਼ਿਫਟ ਈ ਦੇ ਨਾਲ ਆੜੇ ਨੂੰ ਕੰਨਾ ਪਾਉਣਾ ਵਾ, ਠੀਕ ਹੈ, ਕੱਲਾ ਆੜਾ ਪਾ ਕੇ ਫਿਰ ਕੰਨਾ ਨਹੀਂ ਪਾਉਣਾਗਾ। ਸੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਇੰਨੀ ਕੁ ਤਾਂ ਪ੍ਰੈਕਟਿਸ ਤੁਸੀਂ ਕਰ ਚੁੱਕੇ ਹੋ। ਹੁਣ ਮਤਲਬ ਆਹ ਸਾਰੀ ਕਰੈਕਟ ਕੀਜ਼ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਇੰਸਟਰਕਸ਼ਨ ਦੇ ਵਿੱਚ, ਆਹ ਦੇਖ ਲਓ ਇੱਕ ਵਾਰੀ, ਠੀਕ ਆ ਜੀ। ਸੋ ਆਹ ਦੇਖੋ ਜੀ, ਊੜੇ ਨੂੰ ਔਂਕੜ ਆਹ ਸਹੀ ਮੰਨੀਆਂ ਜਾਣਗੀਆਂ, ਆਹ ਦੇਖ ਲਓ, ਠੀਕ ਹੈ। ਸੋ ਇਹ ਸਾਰਾ ਤੁਹਾਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਤਾਂ ਤੁਹਾਡਾ ਕੀਤਾ ਹੋਏਗਾ। ਹੁਣ ਫੁੱਲ ਮਿਸਟੇਕ ਐਰਰ ਕਿਹੜੇ ਹਿਸਾਬ ਨਾਲ ਇਹ ਕਰਨਗੇ, ਫੁੱਲ ਮਿਸਟੇਕ ਹੋਊਗੀ ਮਤਲਬ ਕਿ ਕੋਈ ਵੀ ਤੁਸੀਂ ਵਰਡ ਗਲਤ ਪਾਇਆ, ਠੀਕ ਹੈ, ਕਿਸੇ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਵਰਡ ਪਾਤਾ, ਮਤਲਬ ਕੋਈ ਐਡੀਸ਼ਨ ਅਲੱਗ ਤੋਂ ਤੁਸੀਂ ਐਕਸਟਰਾ ਵਰਡ ਐਡ ਕਰਤਾ, ਤਾਂ ਇਹ ਸਾਰੇ ਨੂੰ ਫੁੱਲ ਨਾਟ ਫਾਊਂਡ ਇਨ ਦਾ ਪੈਸੇਜ ਦੇ ਵਿੱਚ, ਮਤਲਬ ਕੋਈ ਅਲੱਗ ਤੋਂ ਪਾਤਾ, ਠੀਕ ਆ, ਜਾਂ ਅਲੱਗ ਤੋਂ ਪਤਾ, ਤਾਂ ਆਹ ਫੁੱਲ ਮਿਸਟੇਕ ਮੰਨੀ ਜਾਊਗੀ। ਹਾਫ ਮਿਸਟੇਕ ਸਪੇਸਿੰਗ ਐਰਰ, ਵੇਅਰ ਨੋ ਸਪੇਸ ਔਰ ਐਕਸਟਰਾ ਸਪੇਸ ਇਜ਼ ਪ੍ਰੋਵਾਈਡਡ ਬਿਟਵੀਨ 2 ਵਰਡਸ, ਇਹ ਚੀਜ਼ ਹੁਣ ਧਿਆਨ ਦੇਣ ਯੋਗ ਆ। ਮਤਲਬ ਕਿ ਵੈਸੇ ਨਾਰਮਲੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਵਰਡ ਦੀ ਪੂਰੀ ਫੁੱਲ ਉਹ ਐਰਰ ਮੰਨਣਗੇ, ਠੀਕ ਆ। ਪਹਿਲਾਂ ਜੇਕਰ ਤੁਸੀਂ ਸਪੇਸਿੰਗ ਐਰਰ ਹੋ ਗਿਆ, ਵੈਨ ਨੋ ਸਪੇਸ ਔਰ ਐਕਸਟਰਾ ਸਪੇਸ, ਮਤਲਬ ਕਿ ਤੁਸੀਂ ਨਹੀਂ ਸਪੇਸ ਦਿੱਤੀ, ਕਿਤੇ ਸਪੇਸ ਸੀਗੀ ਜਾਂ ਐਕਸਟਰਾ ਸਪੇਸ ਦਿੱਤੀ, ਤੁਸੀਂ ਇੱਕ ਸਪੇਸ ਵੱਧ ਦਿੱਤੀ, ਤਾਂ ਉਹਨੂੰ 2 ਵਰਡ ਦੇ ਬਾਅਦ ਉਹ ਅੱਧੀ ਮਿਸਟੇਕ ਮੰਨੀ ਜਾਊਗੀ, ਠੀਕ ਆ। ਬਸ ਇਹ ਚੀਜ਼ ਧਿਆਨ ਰੱਖਣੀ ਹੈ। ਹੁਣ ਦੇਖੋ, ਟਾਈਪਿੰਗ ਸਪੀਡ ਤੇ ਐਕੂਰੇਸੀ ਪਰਸੈਂਟੇਜ ਗ੍ਰੋਸ ਕਰੈਕਟਰ, ਜਿਹੜਾ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕਿਆ, ਸਮਝਾਉਣ ਦੀ ਲੋੜ ਨਹੀਂ ਕਿ ਗ੍ਰੋਸ ਟੋਟਲ ਨੰਬਰ ਆਫ ਜਿੰਨੇ ਤੁਸੀਂ ਕਰੈਕਟਰ ਟਾਈਪ ਕਰੋਗੇ ਉਹ ਹੁੰਦਾ, ਨੈਟ ਨਹੀਂ ਇਹ 'ਚ ਕਾਊਂਟ ਹੋਊਗਾ, ਠੀਕ ਹੈ, ਨੈਟ ਨਹੀਂ ਹੋਏਗੀ, ਠੀਕ ਹੈ ਜੀ। ਨੈਕਸਟ ਦੇਖੋ ਜੀ, ਹੁਣ ਐਰਰ ਕਰੈਕਟਰ ਆ ਜਿਹੜੇ ਨੰਬਰ ਆਫ ਮਿਸਟੇਕਸ ਗੁਣਾ ਵਰਡ ਲੈਂਥ, ਮਤਲਬ ਸਿੰਪਲ ਜੀ ਗੱਲ ਆ ਜੀ, ਐਰਰ ਕਰੈਕਟਰ ਦੇ ਵਿੱਚ ਤੁਸੀਂ ਇੱਕ ਮਿਸਟੇਕ ਕੀਤੀ ਤਾਂ ਤੁਹਾਡੀ ਇੱਕ ਗਲਤੀ ਗਈ ਜੀ, ਮਤਲਬ ਇੱਕ ਵਰਡ ਗਲਤ ਮਾਰਤਾ ਉਹਨਾਂ ਨੇ ਤੁਹਾਡਾ, ਇੱਕ ਤੁਸੀਂ ਗਲਤੀ ਕੀਤੀ ਤਾਂ 5, ਕਿਉਂਕਿ 5 ਇੱਕ ਹੋ ਗਏ ਨਾ, ਆਪਣੇ 5 ਕਰੈਕਟਰ ਗਲਤ ਹੋ ਗਏ, ਕਿਉਂਕਿ ਇੱਕ ਵਰਡ ਤੁਹਾਡਾ ਸਿੱਧਾ ਗਲਤ ਹੋ ਜਾਏਗਾ, ਬਸ ਸਿੰਪਲ ਜੀ ਗੱਲ ਆ। ਨੈਟ ਕਰੈਕਟਰ ਉਹਨਾਂ ਨੇ ਸਿੰਪਲ ਕੱਢਿਆ, ਜਿਹੜੀ ਨੈਟ ਕਰੈਕਟਰ ਦੀ ਸਪੀਡ ਜਿਹੜੇ ਆਊਗੀ ਉਹ ਆਊਗੀ ਗ੍ਰੋਸ ਕਰੈਕਟਰ ਦੇ ਵਿੱਚੋਂ ਮਾਈਨਸ ਹੋ ਕੇ ਜਿਹੜੇ ਐਰਰ ਕਰੈਕਟਰ ਹੁੰਦੀ ਆ ਉਹਨੂੰ ਆਪਾਂ ਨੈਟ ਸਪੀਡ ਕਹਿ ਦਿੰਦੇ ਹੁੰਦੇ ਆ, ਬਟ ਐਕਚੁਅਲ ਦੇ ਵਿੱਚ ਜਿਹੜੀ ਸਪੀਡ ਆ ਗ੍ਰੋਸ ਸਪੀਡ ਉਹ ਵਰਡ ਪਰ ਮਿੰਟ ਕਾਊਂਟ ਹੋਊਗੀ, ਠੀਕ ਆ, ਇਕੁਅਲ ਟੂ ਗ੍ਰੋਸ ਕਰੈਕਟਰ ਜਿੰਨੇ ਵੀ ਆ ਵਰਡ ਲੈਂਥ ਆ ਜਾਂ ਗੁਣਾ ਟੈਸਟ ਦੀ ਜਿਹੜੀ ਡਿਊਰੇਸ਼ਨ ਹੋਏਗੀ, ਜਿਹੜੇ ਕਿ 10 ਮਿੰਟ ਹੋ ਗਏ। ਬਸ ਸਿੰਪਲ ਜੀ ਗੱਲ ਆ ਯਾਰ, ਮੈਂ ਤੁਹਾਨੂੰ ਪਹਿਲਾਂ ਦੱਸਿਆ 1500 ਕਰੈਕਟਰ 300 ਵਰਡ 92% ਐਕੂਰੇਸੀ, ਬਸ ਹੋਰ ਕੁਝ ਨਹੀਂ ਸੋਚਣਾ। ਐਕੂਰੇਸੀ ਪਰਸੈਂਟੇਜ ਮਤਲਬ 100 ਗੁਣਾ ਨੈਟ ਕਰੈਕਟਰ ਹੋ ਗਏ, ਗ੍ਰੋਸ ਕਰੈਕਟਰ ਹੋਏ। ਗ੍ਰੋਸ ਸਪੀਡ ਇਜ਼ ਆਲਵੇਜ਼ ਇਨ ਇੰਟੀਜਰ ਦੇ ਵਿੱਚ ਆਊਗੀ ਇਹ ਚੀਜ਼ ਧਿਆਨ ਰੱਖਣੀ ਆ, ਮੋਸਟ ਇੰਪੋਰਟੈਂਟ ਆ। ਡੈਸੀਮਲ ਪਾਰਟ ਨਹੀਂ ਮੰਨਿਆ ਜਾਊਗਾ। ਇਫ ਦਾ ਗ੍ਰੋਸ ਸਪੀਡ ਟਾਈਪਡ ਇਨ 10 ਮਿੰਟਾਂ ਦੇ ਵਿੱਚ ਤੁਸੀਂ ਸਿਰਫ 298 ਪੈਰੇ ਉਹ ਕੀਤੇ, ਠੀਕ ਆ, ਤਾਂ 298 ਵਰਡ ਟਾਈਪ ਕੀਤੇ ਤਾਂ ਗ੍ਰੋਸ ਸਪੀਡ 29 ਆਊਗੀ, ਨਾਟ 29.8। ਇਹ ਚੀਜ਼ ਧਿਆਨ ਰੱਖਣੀ ਆ, ਮਤਲਬ ਪੂਰੇ 300 ਵਰਡ ਤੁਹਾਡੇ ਟਾਈਪ ਹੋਣੇ ਜ਼ਰੂਰੀ ਨੇ, ਠੀਕ ਹੈ ਜੀ। ਸੋ ਨੈਕਸਟ ਦੇਖਦੇ ਹਾਂ ਜੀ। ਹੁਣ ਮੰਨ ਲਓ ਕੋਈ ਇਨਕਰੈਕਟ ਵਰਡ ਆ ਗਿਆ ਤਾਂ ਐਕਸਟਰਾ ਕਰੈਕਟਰ ਤੁਸੀਂ ਟਾਈਪ ਕਰਤਾ ਫॉर ਵਿਚ ਆਰ ਮੋਰ ਦੈਨ ਦਾ ਲੈਂਥ ਆਫ ਦਾ ਰੈਫਰੈਂਸ ਵਰਡ, ਮਤਲਬ ਕੋਈ ਤੁਸੀਂ ਐਕਸਟਰਾ ਉਹ ਕਰਤਾ ਤਾਂ ਗ੍ਰੋਸ ਸਪੀਡ ਦੇ ਵਿੱਚ ਮੰਨਿਆ ਜਾ। ਇਫ ਦਾ ਜਿਵੇਂ ਮੰਨ ਲਓ ਵਰਲਡ ਯੂਨੀਵਰਸਿਟੀ ਆ, ਰੋਂਗਲੀ ਟਾਈਪ ਕਰਕੇ ਤੁਸੀਂ ਯੂਨੀਵਰਸਿਟੀ ਕਰਤਾ ਤਾਂ ਦੈਨ ਦਾ ਕਰੈਕਟਰ ਟਾਈਪਡ ਵਿਲ ਬੀ 6
S6 ਨੰਬਰ ਆਫ ਕਰੈਕਟਰ ਇਨ ਯੂਨੀਵਰਸਿਟੀ। ਬਸ ਸਿੰਪਲ ਇਹ ਤਾਂ ਤੁਹਾਡਾ ਹੁਣ ਉਹਦੇ ਵਿੱਚ ਤੁਸੀਂ ਕੀਤਾ ਹੀ ਹੋਇਆ ਐਗਜ਼ਾਮ ਪੋਰਟਲ ਦੇ ਵਿੱਚ, ਸੇਮ ਟੂ ਸੇਮ ਉਹੀ ਚੀਜ਼ ਹੈ, ਇਹਦੇ ਵਿੱਚ ਕੋਈ ਖਾਸ ਉਹ ਹੈ ਨਹੀਂ ਗੀ। 10 ਮਿੰਟ ਲੈ ਜਾਣਗੇ ਉਹ, ਠੀਕ ਆ। ਨੋਟ ਦਾ 12, ਬਸ ਉਹੀ ਆ ਵੀ ਜਿੰਨੇ ਤੁਸੀਂ ਵਰਡ ਆ ਉਹ ਤਰੀਕੇ ਦੇ ਨਾਲ ਉਸੇ ਤਰੀਕੇ ਨਾਲ ਟਾਈਪ ਕਰਨਾ ਜਿਵੇਂ ਤੁਸੀਂ ਪੰਜਾਬ ਐਗਜ਼ਾਮ ਪੋਰਟਲ ਤੇ ਵਗੈਰਾ ਤੇ ਕਰਦੇ ਹੋ, ਠੀਕ ਹੈ ਜੀ। ਸਪੀਡ ਕੈਲਕੂਲੇਸ਼ਨ ਐਗਜ਼ਾਮਪਲ, ਠੀਕ ਹੈ। ਕੰਸੀਡਰ ਦਾ ਫੋਲੋਇੰਗ ਪੈਸੇਜ ਫॉर ਟਾਈਪਿੰਗ। ਸੋ ਇਹਨਾਂ ਨੇ ਆ ਦਿੱਤਾ ਹੋਇਆ, ਇਹ ਤਾਂ ਆਪਾਂ ਨੂੰ ਕੋਈ ਖਾਸ ਇਹਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ ਵਾਂ, ਠੀਕ ਹੈ ਇਹ, ਕਿਉਂਕਿ ਜਦੋਂ ਇਸ ਤੋਂ ਪਹਿਲਾਂ ਜਿਹੜੀਆਂ ਇੰਸਟਰਕਸ਼ਨ 2021 ਵਾਲੀ ਹੀ ਆ, ਸੇਮ ਟੂ ਸੇਮ ਇਦਾਂ ਹੀ ਆਪਣੀ ਹੁੰਦੀ ਸੀ, ਠੀਕ ਹੈ ਜੀ। ਗ੍ਰੋਸ ਕਰੈਕਟਰ ਦਾ ਇਹਨਾਂ ਨੇ ਫਾਰਮੂਲਾ ਦਿੱਤਾ ਹੋਇਆ, ਸੋ ਇਹਦੇ ਵਿੱਚ ਇੰਨੇ ਜ਼ਿਆਦਾ ਆਪਾਂ ਨੂੰ ਚੱਕਰਾਂ 'ਚ ਪੈਣ ਦੀ ਲੋੜ ਨਹੀਂ, ਮੈਂ ਸਿੰਪਲ ਤੁਹਾਨੂੰ ਉੱਪਰ ਸਮਝਾਤਾ ਹੋਇਆ ਵਾ, ਠੀਕ ਹੈ ਜੀ। ਸੋ ਆਹ ਦੇਖੋ ਜੀ ਉੱਪਰ ਉਹਨਾਂ ਨੇ ਸੀਰੀਅਲ ਨੰਬਰ 9 'ਚ ਦਿੱਤਾ ਹੋਇਆ, ਉਹ ਆਪਾਂ ਕੀਤਾ ਹੀ ਹੋਇਆ, ਠੀਕ ਹੈ। 5 ਵਰਡ ਮੰਨੇ ਜਾਣਗੇ ਮਤਲਬ, ਠੀਕ ਹੈ ਜੀ। 5 ਕਰੈਕਟਰ ਹੋਣਗੇ, ਫਿਰ ਜਾ ਕੇ ਇੱਕ ਵਰਡ ਮੰਨਿਆ ਜਾਊਗਾ। ਐਕੂਰੇਸੀ ਪਰਸੈਂਟੇਜ ਵੀ ਮੈਂ ਤੁਹਾਨੂੰ ਦੱਸਿਆ ਹੋਇਆ, ਠੀਕ ਹੈ। ਸੋ ਇਹ ਸਾਰਾ ਤੁਸੀਂ ਦੇਖ ਸਕਦੇ ਹੋ, ਜੇਕਰ ਤੁਸੀਂ ਦੇਖਣਾ ਵੀ ਚਾਹੋ ਤਾਂ ਆਪਦੀ ਉਹਦੇ ਵਿੱਚ। ਸੋ ਇਹਦੇ ਵਿੱਚ ਹੋਰ ਕੁਝ ਵੀ ਸਮਝਾਉਣ ਵਾਲਾ ਬਿਲਕੁਲ ਵੀ ਹੈ ਨਹੀਂਗਾ, ਤੁਸੀਂ ਜਾ ਕੇ ਦੇਖ ਸਕਦੇ ਹੋ, ਠੀਕ ਆ। ਸੋ ਇਹ ਅੱਜ ਦਾ ਨੋਟਿਸ ਆ, ਠੀਕ ਆ ਜੀ। ਸੋ ਠੀਕ ਆ ਜੀ, ਆਲ ਦੀ ਬੈਸਟ ਸਾਰੇ ਕੈਂਡੀਡੇਟਸ ਨੂੰ। ਹੁਣ ਬਹੁਤ ਜਲਦੀ ਤੁਹਾਡੇ ਰੋਲ ਨੰਬਰ ਆਉਣੇ ਸਟਾਰਟ ਹੋ ਜਾਣਗੇ, 1-2 ਦਿਨ ਦੇ ਵਿੱਚ ਰੋਲ ਨੰਬਰ ਜਿਨ੍ਹਾਂ ਦਾ ਪਹਿਲਾਂ ਟੈਸਟ ਹੋਏਗਾ। ਸੋ ਇੱਕ ਚੀਜ਼ ਆ ਇਹਦੇ ਵਿੱਚ ਨਾ, ਇਹਨਾਂ ਨੇ ਟਾਈਪਿੰਗ ਦਾ ਡੈਮੋ ਸੌਫਟਵੇਅਰ ਨਹੀਂ ਦਿੱਤਾਗਾ। ਡੈਮੋ ਕਿੱਦਾਂ ਦਾ ਹੋਵੇਗਾ, ਮਤਲਬ ਡੈਮੋ ਸੌਫਟਵੇਅਰ ਨਹੀਂ ਦਿੱਤਾ, ਜਿਹੜਾ ਕਿ 2018 ਦੇ ਵਿੱਚ ਡੈਮੋ ਸੌਫਟਵੇਅਰ ਦਿੱਤਾ ਸੀ। ਸੋ ਇਹ ਟਾਈਪਿੰਗ ਦੇ ਵਿੱਚ ਇੰਸਟਰਕਸ਼ਨ ਦੇ ਵਿੱਚ ਕਿਤੇ ਵੀ ਨਹੀਂ ਮੈਂਸ਼ਨ, ਮੈਨੂੰ ਨਹੀਂ ਲੱਭਿਆ ਕਿਤੇ ਵੀ ਕਿ ਇਹ ਲਿਖਿਆ ਹੋਵੇ ਕਿ ਡੈਮੋ ਸੌਫਟਵੇਅਰ ਦਿੱਤਾ ਜਾਊਗਾ। ਇਹਦਾ ਮਤਲਬ ਡੈਮੋ ਸੌਫਟਵੇਅਰ ਨਹੀਂਗਾ। ਸੋ ਠੀਕ ਆ ਜੀ, ਆਲ ਦੀ ਬੈਸਟ ਸਾਰੇ ਕੈਂਡੀਡੇਟਸ ਨੂੰ। ਪੂਰੇ ਡਟ ਕੇ ਆਪਦੀ ਤਿਆਰੀ ਕਰੋ, ਠੀਕ ਆ ਜੀ। ਟੈਸਟ ਜਿੰਨੇ ਵੀ ਕੈਂਡੀਡੇਟ 30 ਦੇ ਨੇੜੇ ਜਾਂ 30 ਤੋਂ ਵੱਧ ਸਪੀਡ ਆ ਰਹੀ ਹੈ ਉਹਨਾਂ ਸਾਰਿਆਂ ਦਾ ਕਲੀਅਰ ਹੋਊਗਾ। ਇੱਕ ਤੁਹਾਨੂੰ ਕੀਬੋਰਡ ਦਾ ਡਾਊਟ ਸੀ, ਉਹ ਵੀ ਤੁਹਾਡਾ ਕੀਬੋਰਡ ਦੀ ਵੀ ਟੈਨਸ਼ਨ ਹੁਣ ਖਤਮ ਹੋ ਗਈ ਆ, ਠੀਕ ਆ ਜੀ। ਸੋ ਬਾਕੀ ਠੀਕ ਆ ਜੀ, ਧੰਨਵਾਦ। ਆਲ ਦੀ ਬੈਸਟ ਸਾਰੇ ਕੈਂਡੀਡੇਟਸ ਨੂੰ। ਨਵੀਂ ਕੋਈ ਵੀ ਅਪਡੇਟ ਆਉਂਦੀ ਆ ਤਾਂ ਆਪਾਂ ਤੁਹਾਨੂੰ ਦੱਸਾਂਗੇ। ਬਾਕੀ ਤੁਹਾਨੂੰ ਹੋਰ ਕੋਈ ਵੀ ਡਾਊਟ ਹੋਵੇ ਤੁਸੀਂ ਆਪਣੇ ਇਸ ਕਮੈਂਟ ਬਾਕਸ ਦੇ ਵਿੱਚ ਆਪਾਂ ਨੂੰ ਕਰ ਸਕਦੇ ਹੋ, ਠੀਕ ਹੈ ਜੀ। ਮੈਸੇਜ ਆਪਾਂ ਰਿਪਲਾਈ ਕਰਾਂਗੇ, ਜੋ ਵੀ ਜਿੰਨਾ ਵੀ ਆਪਾਂ ਨੂੰ ਪਤਾ ਲੱਗੇਗਾ, ਠੀਕ ਹੈ ਜੀ। ਧੰਨਵਾਦ ਜੀ।